ਛੇਤੀ ਨਹੀਂ ਪੜਿਆ। ਮੂਰਖ ਮੁਗਧਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਚਵਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ, ਕੋਈ ਰਸਨਾ ਵਾਂਝੀ ਨਾ ਰਹੇ, ਮਨ ਬਿਰਤੀਆਂ ਇਕਾਗਰ ਕਰੋ, ਸਾਵਧਾਨਤਾ ਧਾਰਨ ਕਰੋ। ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਦਾ ਪਵਿੱਤਰ ਜਨਮ ਦਿਨ ਮਨਾ ਰਹੇ ਹਾਂ। ਇਹ ਛੋਟੀ ਗੱਲ ਨਹੀਂ ਹੈ। ਜਿੱਥੇ ਗੁਰੂ ਘਰ ਵਿੱਚ ਗੁਰੂ ਸਾਹਿਬਾਂ ਦੇ ਪੁਰਬ ਮਨਾਏ ਜਾਂਦੇ ਆ, ਉੱਥੇ ਗੁਰੂ ਸਾਹਿਬ ਜੀ ਦੇ ਸਿੱਖ ਵੀ ਇੰਨੇ ਮਹਾਨ ਹੋਏ ਆ, ਮਹਾਰਾਜ ਜੀ ਦੇ ਸਿੱਖਾਂ ਦੇ ਵੀ ਜਨਮ ਦਿਨ ਮਨਾਏ ਜਾਂਦੇ ਹਨ। ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਕੇਵਲ ਛੋਟਾ ਨਾਮ ਨਾ ਸਮਝੀਏ ਕਿ ਬਸ ਧੰਨ ਬਾਬਾ ਬੁੱਢਾ ਜੀ 125 ਸਾਲ ਦੀ ਉਮਰ, 12 ਸਾਲਾਂ ਦੀ ਉਮਰ 'ਚ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ। ਕੇਵਲ 125 ਸਾਲਾਂ ਦਾ ਸਫ਼ਰ ਨਾ ਸਮਝੀਏ ਪਿਆਰਿਓ। ਇਹਨਾਂ 125 ਸਾਲਾਂ ਪਿੱਛੇ ਪਤਾ ਨਹੀਂ ਕਿੰਨੇ ਕੁ ਜਨਮ ਲੱਗੇ ਹਨ, ਜਿਹਦੇ ਕਰਕੇ ਇਹ ਵੱਡੀ ਦਾਤ ਇਸ ਜਨਮ ਵਿੱਚ ਬਾਬਾ ਜੀ ਨੂੰ ਪ੍ਰਾਪਤ ਹੋਈ। ਪਹਿਲੀ ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਆਵਾਜ਼ ਮਾਰ ਕੇ ਸੱਦਿਆ ਜੀ। ਛੋਟੀ ਗੱਲ ਨਹੀਂ। ਇੱਥੇ ਲੋਕ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਵਾਸਤੇ, ਭੋਰਾ ਭੋਰਾ ਦਰਸ਼ਨ ਵਾਸਤੇ ਤਰਸਦੇ ਆ। ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਬਾ ਜੀ ਨੂੰ ਆਪ ਆਵਾਜ਼ ਮਾਰ ਕੇ ਸੱਦਿਆ। ਇੱਥੋਂ ਅੰਦਾਜ਼ਾ ਲਾਓ ਬਾਬਾ ਜੀ ਦੀ ਕਿੰਨੀ ਵੱਡੀ ਕਮਾਈ ਹੋਏਗੀ। ਥੋੜ੍ਹਾ ਸਮਾਂ, ਜਿਤਨਾ ਸਮਾਂ ਬਾਬਾ ਜੀ ਆ ਰਹੇ ਹੈ, ਉਹਨਾਂ ਸਮਾਂ ਆਪਾਂ ਬਾਬਾ ਜੀ ਦੇ ਜੀਵਨ ਦੀ ਵਿਚਾਰ ਕਰਾਂਗੇ। ਮੈਂ ਬੇਨਤੀ ਕਰਾਂਗਾ, ਅੱਗੋਂ ਸਿੰਘ ਉੱਠ ਕੇ ਚਲੇ ਗਏ ਆ, ਜਿਹੜੇ ਪਿੱਛੇ ਬੈਠੇ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ, ਕਿਰਪਾ ਕਰੋ ਥੋੜ੍ਹਾ ਥੋੜ੍ਹਾ ਅੱਗੇ ਆ ਕੇ ਸੱਜ ਜਾਓ। ਸਾਰਿਆਂ ਨੂੰ ਬੇਨਤੀ ਹੈ, ਕਿਰਪਾ ਕਰੋ ਥੋੜ੍ਹਾ ਥੋੜ੍ਹਾ ਅੱਗੇ ਆ ਕੇ ਸੱਜ ਜਾਓ। ਬਾਬਾ ਜੀ ਦਾ ਜੀਵਨ ਬਹੁਤ ਵੱਡਾ ਹੈ। ਬਾਬਾ ਜੀ ਦੇ ਜੀਵਨ ਦੀ ਇੱਕ ਇੱਕ ਜਿਹੜਾ ਪਲ ਹੈ ਨਾ, ਉਹ ਸਿੱਖਿਆ ਦੇ ਨਾਲ ਭਰਿਆ ਹੋਇਆ। ਖਾਸ ਕਰਕੇ ਸਾਧ ਸੰਗਤ ਜੀ, ਅਸੀਂ ਸਤਿਗੁਰੂ ਜੀ ਦੇ ਸਿੱਖ ਅਖਵਾਉਂਦੇ ਹਾਂ। ਲੋਕ ਸਾਨੂੰ ਕਹਿੰਦੇ ਆ ਇਹ ਗੁਰੂ ਦਾ ਸਿੱਖ ਹੈ, ਤੇ ਸਿੱਖ ਵਾਸਤੇ ਬਾਬਾ ਬੁੱਢਾ ਜੀ ਦਾ ਜੀਵਨ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਿੱਖ ਕਿਹੋ ਜਿਹਾ ਹੁੰਦਾ ਹੈ? ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਰੱਜ ਕੇ ਮਾਣ ਦਿੱਤਾ। ਜੇ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਰੱਜ ਕੇ ਮਾਣ ਦਿੱਤਾ, ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਰੱਜ ਕੇ ਨਿਮਰਤਾ ਵੀ ਰੱਖੀ।
ਬਸ ਆ ਦੋ ਕੁ ਗੱਲਾਂ ਨੇ ਨਾ ਜਿਹੜੀਆਂ ਬਾਬਾ ਜੀ ਦੇ ਜੀਵਨ ਦੀਆਂ ਆ ਸਮਝ ਆ ਜੇ ਨਾ, ਸਿੱਖੀ ਕਮਾਉਣ ਦਾ ਪਤਾ ਲੱਗ ਜੇ ਸਾਨੂੰ। ਟੂਕ ਮਾਤਰ ਮੈਂ ਬਚਨ ਕਰਾਂਗਾ। ਗਿਆਨੀ ਸੰਤੋਖ ਸਿੰਘ ਜੀ ਵੀ ਕੁਝ ਉਦਾਹਰਣਾਂ ਦੇ ਕੇ ਗਏ ਆ ਤੁਹਾਨੂੰ, ਕੁਝ ਉਦਾਹਰਣਾਂ ਦਾਸ ਬੇਨਤੀ ਕਰਕੇ ਖੀਮਾ ਮੰਗਾਂਗਾ। ਸਹੀ ਕੰਮ ਨੂੰ ਸਹੀ ਸਾਰੇ ਕਹਿੰਦੇ ਆ। ਕੁਝ ਕੰਮ ਐਸੇ ਨੇ ਜਿਹੜੇ ਦੁਨੀਆ ਦੀ ਨਿਗਾਹ 'ਚ ਗਲਤ ਹੁੰਦੇ ਆ, ਪਰ ਸਤਿਗੁਰੂ ਜੀ ਉਹ ਕੰਮ ਕਰਾ ਰਹੇ ਹੁੰਦੇ ਆ, ਉਹਦੇ ਪਿੱਛੇ ਗੁਰੂ ਜੀ ਦੀ ਕੋਈ ਰਜਾ ਹੁੰਦੀ ਹੈ। ਫਿਰ ਗੱਲ ਨੂੰ ਧਿਆਨ ਨਾਲ ਸੁਣਿਓ। ਸਹੀ ਕੰਮ ਨੂੰ ਸਹੀ ਸਾਰੇ ਕਹਿੰਦੇ ਆ। ਕੁਝ ਕੰਮ ਐਸੇ ਨੇ ਜਿਹੜੇ ਦੁਨੀਆ ਦੀ ਨਿਗਾਹ ਵਿੱਚ ਗਲਤ ਹੁੰਦੇ ਆ, ਪਰ ਗੁਰੂ ਸਾਹਿਬ ਉਹਨੂੰ ਕਰਾ ਰਹੇ ਹੁੰਦੇ ਆ। ਇਹਦੇ ਵਿੱਚ ਮੇਰੇ ਸਤਿਗੁਰੂ ਜੀ ਦੀ ਰਜਾ ਹੁੰਦੀ ਹੈ। ਇੱਕ ਨਿੱਕਾ ਜਿਹਾ ਪ੍ਰਮਾਣ ਦਿਆਂਗਾ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਸੁਭਾਏਮਾਨ ਮਹਾਰਾਜ ਸਿੱਖਾਂ ਦੀ ਪ੍ਰੀਖਿਆ ਕਰ ਰਹੇ। ਵੈਸੇ ਮੈਂ ਸੱਚ ਦੱਸਣ ਲੱਗਾ, ਪ੍ਰੀਖਿਆ ਸ਼ਬਦ ਤੋਂ ਮੈਂ ਆਪ ਬਹੁਤ ਡਰਦਾ ਹਾਂ। ਉਹਦਾ ਕਾਰਨ ਇਹ ਹੈ, ਸਾਧ ਸੰਗਤ, ਅਸੀਂ ਪ੍ਰੀਖਿਆ ਵਿੱਚੋਂ ਪਾਸ ਹੋਣ ਵਾਲੇ ਨਹੀਂ ਹਾਂ। ਤੁਸੀਂ ਬ੍ਰਹਮ ਗਿਆਨੀ ਦੇ ਗੁਣ ਸੁਣਨੇ ਆ, ਤੁਸੀਂ ਸੰਤ ਦੇ ਗੁਣ ਸੁਣਨੇ ਆ। ਬ੍ਰਹਮ ਗਿਆਨੀ ਦੇ ਜੀਵਨ ਦੀ ਵਿਆਖਿਆ ਸੁਣ ਲੋਗੇ, ਸੰਤ ਦੇ ਜੀਵਨ ਦੀ ਵਿਆਖਿਆ ਸੁਣ ਲੋਗੇ, ਪਰ ਸੱਚ ਇਹ ਹੈ, ਜਿਹਦੇ ਤੇ ਗੁਰੂ ਗ੍ਰੰਥ ਸਾਹਿਬ ਆਪਣੀ ਅੰਮ੍ਰਿਤ ਦ੍ਰਿਸ਼ਟੀ ਪਾ ਦੇਣ, ਸੰਗਤ ਵਿੱਚ ਬੈਠੇ ਹੋਏ ਦੇ ਅੰਦਰ ਬ੍ਰਹਮ ਗਿਆਨੀ ਦੇ ਗੁਣ ਆ ਜਾਣਗੇ। ਉਹ ਕੋਈ ਵੀ ਬੈਠਾ ਹੋਵੇ, ਜਿਹਦੇ ਤੇ ਮਹਾਰਾਜ ਦ੍ਰਿਸ਼ਟੀ ਪਾ ਦੇਣ, ਜੁਗਾਂ ਪਰਯੰਤ ਕਮਾਈ ਕਰਦਾ ਰਵੇ। ਪਿਆਰਿਓ, ਜੇ ਬੰਦਾ ਕਹਿ ਦੇ ਮੈਂ ਜੁਗਾਂ ਪਰਯੰਤ ਕਮਾਈ ਕਰਕੇ ਬ੍ਰਹਮ ਗਿਆਨੀ ਬਣ ਜਾਗਾ, ਉਹਦੀ ਭੁੱਲ ਹੈ। ਗੁਰੂ ਅਰਜਨ ਸਾਹਿਬ ਕਿਰਪਾ ਕਰਦੇ, ਬ੍ਰਹਮ ਗਿਆਨੀ ਉਹ ਬਣਦਾ ਜਿਹਨੂੰ ਗੁਰੂ ਸਾਹਿਬ ਆਪ ਬਣਾ ਦਿੰਦੇ ਹਨ। ਇੱਥੇ ਬੰਦੇ ਦੀ ਮਿਹਨਤ ਕੋਈ ਨਹੀਂ। ਇੱਥੇ ਬਾਹਰੀ ਤੌਰ ਤੇ ਬੰਦਾ ਕੋਈ ਸਕੂਲ ਦਾ ਪੇਪਰ ਦਿੰਦਾ ਹੈ ਨਾ, ਉਹ ਬੜੀ ਪੜ੍ਹਾਈ ਕਰਦਾ, ਸਾਰੇ ਸਵਾਲਾਂ ਦੇ ਜਵਾਬ ਲਿਖੇ ਆ, ਇੱਕ ਨੰਬਰ ਦਾ ਉਹਨੇ ਪੇਪਰ ਨਹੀਂ ਛੱਡਿਆ। ਪਿਆਰਿਓ, ਮਾਲਕ ਉਹਨੂੰ ਫੇਲ ਕਰੇ, ਉਹ ਲਾ ਸਕਦਾ ਹੈ, ਕੇਸ ਲਾ ਸਕਦਾ ਹੈ, ਮੇਰਾ ਸਾਰਾ ਪੇਪਰ ਠੀਕ ਹੈ, ਮੈਂ ਪ੍ਰੀਖਿਆ ਸਹੀ ਦਿੱਤੀ ਹੈ, ਇਹਨਾਂ ਮੈਨੂੰ ਫਿਰ ਫੇਲ ਕਰ ਦਿੱਤਾ ਹੈ, ਪਰ ਇੱਥੇ ਗੁਰੂ ਸਾਹਿਬ ਦੀ ਰਜਾ ਅੱਗੇ ਕੋਈ ਕੇਸ ਨਹੀਂ 'ਚ ਲੱਗ ਸਕਦਾ। ਪਰ ਇਹ ਹੈ, ਜਿਹਦੇ ਤੇ ਮਹਾਰਾਜ ਮਿਹਰ ਕਰਦੇ ਨੇ, ਜਿਹਦੇ ਤੇ ਕਿਰਪਾ ਕਰਦੇ ਨੇ। ਸੰਗਤ ਵਿੱਚ ਬੈਠਾ ਹੈ ਕੋਈ ਸਰੀਰ, ਕੋਈ ਪਤਾ ਨਹੀਂ, ਬੈਠੇ ਬੈਠੇ ਉਹਦੀ ਮਿਹਰ ਦੀ ਦ੍ਰਿਸ਼ਟੀ ਹੋ ਜੇ, ਉਹਦੇ ਵਿੱਚ ਸੰਤਾਂ ਵਾਲੇ ਗੁਣ ਪਾ ਦੇਣ, ਉਹਨੂੰ ਸੰਤ ਬਣਾ ਦੇਣ ਜੀ। ਕਿਰਪਾ ਦ੍ਰਿਸ਼ਟੀ ਤੇ ਉਹ ਵਰਤਦੀ ਹੈ ਨਾ। ਮਹਾਰਾਜ ਸੁਖਮਣੀ ਸਾਹਿਬ 'ਚ ਕਿਰਪਾ ਕਰਦੇ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਜਿਹਦੇ ਤੇ ਮਿਹਰ ਦੀ ਦ੍ਰਿਸ਼ਟੀ ਨਾਲ ਵੇਖ ਲੈਣ, ਮਹਾਰਾਜ ਉਹਨੂੰ ਸੰਤ ਬਣਾ ਦਿੰਦੇ ਹਨ। ਬਾਬਾ ਬੁੱਢਾ ਸਾਹਿਬ ਜੀ ਨਾਲ ਇਸੇ ਤਰ੍ਹਾਂ ਹੋਇਆ। ਭਾਵੇਂ ਪਿਛਲੇ ਜਨਮ ਦੀ ਬਹੁਤ ਕਮਾਈ, ਮੈਂ ਪਹਿਲਾਂ ਬੇਨਤੀ ਕੀਤੀ, 125 ਸਾਲ ਬਾਬਾ ਜੀ ਦੀ ਸਰੀਰਕ ਉਮਰ ਹੈ, ਪਰ ਇਸ ਜਨਮ ਦੇ 125 ਸਾਲ ਨਾ ਵੇਖਿਓ, ਪਤਾ ਨਹੀਂ ਕਿੰਨੇ ਜਨਮਾਂ ਤੋਂ ਬਾਬਾ ਬੁੱਢਾ ਸਾਹਿਬ ਜੀ ਤੁਰੇ ਹੋਏ, ਕਿੰਨੇ ਜਨਮਾਂ ਦੀ ਭਗਤੀ ਸੀਗੀ ਪਰਮੇਸ਼ਰ ਦੇ ਨਾਲ ਮਿਲਾਪ ਕਰਨ ਵਾਸਤੇ। ਇਸ ਜਨਮ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਆਪ ਆਵਾਜ਼ ਮਾਰ ਕੇ ਸੱਦਿਆ। ਮਹਾਰਾਜ ਗੁਰੂ ਸਾਹਿਬ ਬੜਾ ਹੀ ਸਤਿਕਾਰ ਕਰਦੇ ਬਾਬਾ ਜੀ ਦਾ। ਜਿਹੜੀ ਮੈਂ ਵਾਹਿਗੁਰੂ ਸਾਖੀ ਆਰੰਭ ਕੀਤੀ ਸੀ, ਮਹਾਰਾਜ ਕਰਤਾਰਪੁਰ ਸਾਹਿਬ ਬੈਠੇ, ਪ੍ਰੀਖਿਆ ਦੀ ਗੱਲ ਸ਼ੁਰੂ ਕੀਤੀ ਸੀ। ਮੈਂ ਆਪ ਪ੍ਰੀਖਿਆ ਤੋਂ ਬਹੁਤ ਡਰਦਾ। ਉਹਦਾ ਕਾਰਨ ਇਹ ਹੈ, ਅਸੀਂ ਅੱਜ ਵੀ ਫੇਲ, ਅਸੀਂ ਕੱਲ੍ਹ ਵੀ ਫੇਲ ਜੀ। ਸਾਨੂੰ ਆਸਰਾ ਜੇ ਕਿਸੇ ਚੀਜ਼ ਦਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦਾ ਆਸਰਾ ਹੈ। ਕਿਉਂਕਿ ਖੁਦ ਬਾਬਾ ਬੁੱਢਾ ਸਾਹਿਬ ਨੇ ਸਿੱਖਾਂ ਨੂੰ ਕਿਹਾ ਸੀ, ਸਿੱਖੋ ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਜੋ ਮਰਜ਼ੀ ਕਰੋ, ਆਸਰਾ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਦਾ ਰੱਖਣਾ ਹੈ। ਕਾਰਨ ਇੱਥੇ ਪ੍ਰਾਪਤੀਆਂ ਬੰਦੇ ਦੀ ਮਿਹਨਤ ਨਾਲ ਨਹੀਂ ਚ ਹੁੰਦੀਆਂ, ਇੱਥੇ ਪ੍ਰਾਪਤੀ ਗੁਰੂ ਦੀ ਮਿਹਰ ਨਾਲ ਹੁੰਦੀ ਹੈ। ਕਈ ਵਾਰੀ ਮਿਹਨਤ ਕਰਨ ਵਾਲੇ ਪਿੱਛੇ ਰਹਿ ਜਾਂਦੇ ਜੀ, ਜਿਨ੍ਹਾਂ ਤੇ ਮਿਹਰ ਹੋ ਜਾਂਦੀ ਉਹ ਸਭ ਦੇ ਅੱਗੇ ਲੱਗ ਜਾਂਦੇ ਹਨ। ਪ੍ਰੀਖਿਆ ਤੋਂ ਮੈਂ ਆਪ ਬਹੁਤ ਡਰਦਾ। ਇਹੋ ਹੀ ਅਰਦਾਸ ਹੈ, ਮਹਾਰਾਜ ਸਾਡੀ ਪ੍ਰੀਖਿਆ ਨਾ ਲਿਓ, ਅਸੀਂ ਅੱਜ ਵੀ ਫੇਲ, ਅਸੀਂ ਕੱਲ੍ਹ ਵੀ ਫੇਲ, ਅਸੀਂ ਜੇ ਤਰਨਾ ਹੈ ਤਾਂ ਤੁਹਾਡੀ ਦ੍ਰਿਸ਼ਟੀ ਨਾਲ ਤਰਨਾ ਹੈ। ਪਰ ਬਾਬਾ ਬੁੱਢਾ ਸਾਹਿਬ
ਗੁਰੂ ਅੰਗਦ ਦੇਵ ਸਾਹਿਬ, ਹੋਰ ਸਿੱਖ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਉਸ ਸਮੇਂ 5000 ਤੋਂ ਜ਼ਿਆਦਾ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੀਗਾ। 5000 ਤੋਂ ਵੱਧ ਸਿੱਖ ਹੈ। ਮਹਾਰਾਜ ਪ੍ਰੀਖਿਆ ਕਰਦੇ ਗਏ, ਲੈਂਦੇ ਗਏ, ਸਿੱਖ ਘਟਦੇ ਗਏ ਜੀ। ਕੁਝ ਕਾਰਜ ਐਸੇ ਕੀਤੇ ਮਹਾਰਾਜ ਨੇ, ਆਮ ਬੰਦਾ ਸਾਧ ਸੰਗਤ ਜੀ ਉਹ ਹੈਰਾਨ ਹੋ ਜਾਏਗਾ। ਪਹਿਲੀ ਗੱਲ, ਗੁਰੂ ਨਾਨਕ ਸਾਹਿਬ ਨੇ ਪ੍ਰੀਖਿਆ ਲੈਣ ਹਿਤ ਲੰਗਰ ਬੰਦ ਕੀਤਾ। ਮਹਾਰਾਜ ਕਹਿੰਦੇ 2 ਦਿਨਾਂ ਬਾਅਦ ਲੰਗਰ ਮਿਲੇਗਾ। ਸਿੱਖ ਬੜੇ ਹੈਰਾਨ ਹੋਏ ਵੀ ਇੱਥੇ ਤੇ 8 ਪਹਿਰ ਲੰਗਰ ਚੱਲਦਾ। ਮਹਾਰਾਜ ਕਹਿੰਦੇ 2 ਦਿਨਾਂ ਬਾਅਦ ਦੇਾਂਗੇ। ਉਹ ਅੱਧੇ ਪਚੱਧੇ ਭੱਜ ਗਏ। ਫਿਰ ਮਹਾਰਾਜ ਕਹਿਣ ਲੱਗੇ ਚਲੋ ਹੁਣ 1 ਦਿਨ ਬਾਅਦ ਲੰਗਰ ਮਿਲੇਗਾ। ਉਹ ਥੋੜ੍ਹੇ ਬਹੁਤੇ ਰਹਿ ਪਏ। ਮਹਾਰਾਜ ਕਹਿੰਦੇ ਸੇਵਾ ਕਰੋ। ਉਦੋਂ ਫਸਲ ਬਿਜਾਈ ਕਰਨੀ ਸੀ, ਮਿਹਨਤ ਲੱਗਣੀ ਸੀਗੀ ਖੇਤਾਂ 'ਚ। ਉਹਨਾਂ ਬੜੀ ਮਿਹਨਤ ਕੀਤੀ। ਤੇ ਮਹਾਰਾਜ ਨੇ ਉਦੋਂ ਵੀ ਕੀ ਪ੍ਰੀਖਿਆ ਕੀਤੀ, ਪਹਿਲਾਂ ਦਿਨ 'ਚ 1 ਡੰਗ ਪ੍ਰਸ਼ਾਦਾ ਦਿੰਦੇ ਸਨ। ਕੁਝ ਸਿੱਖ ਕਹਿਣ ਲੱਗੇ ਸਾਰੀ ਦਿਹਾੜੀ ਮਿਹਨਤ ਕਰਾਉਂਦੇ, ਮਹਾਰਾਜ 1 ਟਾਈਮ ਪ੍ਰਸ਼ਾਦਾ ਦਿੰਦੇ, ਸਾਡਾ ਨਹੀਂ ਸਰਨਾ। ਉਹ ਚਲੇ ਗਏ। ਮਹਾਰਾਜ ਨੇ ਵੇਖਿਆ ਵੀ ਕੁਝ ਟਿਕੇ ਆ। ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੁਹਾਨੂੰ 1 ਦਿਨ ਛੱਡ ਕੇ ਪ੍ਰਸ਼ਾਦਾ ਮਿਲੇਗਾ। ਪਿਆਰਿਓ, ਫਿਰ ਸਿੱਧ ਘਰ ਗਏ, ਕਈ ਚਲੇ ਗਏ। ਬਾਬਾ ਬੁੱਢਾ ਸਾਹਿਬ ਨਹੀਂ ਗਏ ਜੀ। ਬਾਬਾ ਬੁੱਢਾ ਸਾਹਿਬ, ਗੁਰੂ ਅੰਗਦ ਸਾਹਿਬ ਡਟੇ ਰਹੇ ਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ 1 ਦਿਨ ਛੱਡ ਕੇ ਮਿਲੇਗਾ, ਪਰ ਮਿਲੇਗਾ ਵੀ 1 ਪ੍ਰਸ਼ਾਦਾ ਜੀ। ਮਿਹਨਤ ਬੜੀ ਕਰਦੇ ਆ। 1 ਦਿਨ ਛੱਡ ਕੇ ਪ੍ਰਸ਼ਾਦਾ ਦਿੰਦੇ ਆ, ਦਿੰਦੇ ਮਹਾਰਾਜ 1 ਹੈ। ਫਿਰ ਕਈ ਚਲੇ ਗਏ। ਪਿਆਰਿਓ, ਬਾਬਾ ਬੁੱਢਾ ਸਾਹਿਬ, ਗੁਰੂ ਅੰਗਦ ਸਾਹਿਬ ਉੱਥੇ ਰਹੇ। ਕੁਝ ਗਿਣਤੀ ਦੇ ਸਿੱਖ ਰਹਿ ਗਏ। ਉਹ ਜਦੋਂ ਬਿਲਕੁਲ ਹੀ ਸਿਵਾਏ ਜਿਹੇ ਹੋ ਗਏ ਨਾ 50, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਰੱਜ ਕੇ ਪ੍ਰਸ਼ਾਦਾ ਛਕੋ, ਅਸੀਂ ਵੇਖਣਾ ਹੀ ਸੀ ਕਿਹੜਾ ਸਾਡਾ ਬਚਨ ਮੰਨਦਾ ਹੈ। ਉਹ ਸਾਧ ਸੰਗਤ ਫਸਲ ਬੀਜੀ, ਸਾਰਾ ਕੁਝ ਹੋਇਆ, ਬੜੀਆਂ ਮਿਹਨਤਾਂ ਲੱਗੀਆਂ। ਉਹ ਹੁਣ ਜਦੋਂ ਸਾਰੀ ਫਸਲ ਤਿਆਰ ਹੋ ਗਈ ਨਾ, ਮਹਾਰਾਜ ਕਹਿੰਦੇ ਚਲੋ ਭਾਈ ਕਟਾਈ ਕਰੋ। ਫਸਲ ਵੱਡੀ, ਕਟਾਈ ਹੋਈ। ਬਾਬਾ ਬੁੱਢਾ ਸਾਹਿਬ ਨਾਲ, ਗੁਰੂ ਅੰਗਦ ਸਾਹਿਬ ਨਾਲ, ਸਿੱਖ ਨਾਲ, ਸਵਾਏ ਜੇ ਰਹਿ ਗਏ। ਉਹ ਜਦੋਂ ਬੋਲ ਲੱਗ ਗਿਆ ਨਾ ਦਾਣਿਆਂ ਦਾ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਪ੍ਰੀਖਿਆ ਲਈ ਵੀ ਕਿਹੜਾ ਹੈ ਜਿਹੜਾ 7 ਵਚਨ ਕਰਦਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਇਸ ਦਾਣਿਆਂ ਦੇ ਬੋਲ ਨੂੰ ਅੱਗ ਲਾ ਦਿਓ ਜੀ। ਸਿੱਖ ਇੱਕ ਵਾਰੀ ਡਾਮਾਡੋਲ ਹੋ ਗਏ, ਹੰਝੂ ਵਹਿਣ ਲੱਗ ਪਏ। ਮਹਾਰਾਜ ਇੰਨੀ ਮਿਹਨਤ ਕੀਤੀ, ਜੇ ਕੋਈ ਨਹੀਂ ਡੋਲਿਆ, ਧੰਨ ਬਾਬਾ ਬੁੱਢਾ ਸਾਹਿਬ ਨਹੀਂ ਡੋਲੇ, ਗੁਰੂ ਅੰਗਦ ਸਾਹਿਬ ਨਹੀਂ ਡੋਲੇ ਜੀ। ਉਹਦਾ ਕਾਰਨ ਇਹ ਹੈ, ਸ਼ਰਧਾ ਸਾਬਤ ਰਹੇਗੀ, ਕੋਈ ਸ਼ੱਕ ਨਹੀਂ ਹੈ। ਪਰ ਜਿੰਨੀ ਪਿਛਲੇ ਜਨਮਾਂ ਦੀ ਕਮਾਈ ਵੱਧ ਹੋਏਗੀ, ਓਨੀ ਸ਼ਰਧਾ ਸਾਬਤ ਰਹੇਗੀ। ਜਦੋਂ ਕਮਾਈ ਘਟ ਜੇ, ਫਿਰ ਸ਼ਰਧਾ ਡੋਲਦੀ ਹੈ ਬੰਦੇ ਦੀ, ਫਿਰ ਬੰਦਾ ਡੋਲਣ ਲੱਗ ਪੈਂਦਾ। ਇਸੇ ਕਰਕੇ ਮਹਾਰਾਜ ਕਹਿੰਦੇ ਸਿੱਖੋ ਅਰਦਾਸ ਕਰਿਆ ਕਰੋ, ਇੱਥੇ ਕੋਈ ਪਤਾ ਨਹੀਂ ਕਿਹੜੇ ਵੇਲੇ ਮਨ ਡੋਲ ਜਾਂਦਾ ਹੈ। ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਅਰਦਾਸ ਕਰਿਆ ਕਰੋ ਕਹਿਣ ਲੱਗੇ। ਬਾਬਾ ਬੁੱਢਾ ਸਾਹਿਬ ਅਖੀਰ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਗਜਾਉਂਦੇ ਰਹੇ ਜੀ। ਮਹਾਰਾਜ ਨੇ ਬਚਨ ਦਿੱਤਾ ਸੀ, ਬਾਬਾ ਬੁੱਢਾ ਜੀ ਤੈਥੋਂ ਓਲੇ ਕਦੇ ਨਾ ਹੋਸਨ, ਮੈਂ ਤੁਹਾਡੇ ਤੋਂ ਓਲੇ ਨਹੀਂ ਹੋਵਾਂਗਾ। ਆ ਇੱਕ ਪ੍ਰੋਗਰਾਮ ਚੱਲਦਾ ਲਾਈਵ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਆਉਂਦਾ, ਆਪਣੇ ਇੱਥੋਂ ਵਾਲਾ ਵੀ ਲਾਈਵ ਜਾ ਰਿਹਾ, ਪਰ ਇਹਦਾ ਨਾਮ ਲਾਈਵ ਹੈ, ਇਹ ਲਾਈਵ ਹੁੰਦਾ ਨਹੀਂ ਹੈ। ਕੁਝ ਸਕਿੰਟਾਂ ਦਾ ਫਰਕ ਹੁੰਦਾ। ਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬੈਠਾ ਸਾਂ, ਉਹ ਸਿੰਘ ਦੇ ਕਮਰੇ 'ਚ ਟੀਵੀ ਲੱਗਾ ਸੀ, ਟੀਵੀ 'ਤੇ ਹਰਿਮੰਦਰ ਸਾਹਿਬ ਆ ਰਿਹਾ। ਉਹ ਅੰਦਰ ਪੰਗਤੀ ਪਹਿਲਾਂ ਬੋਲ ਦੇਣ, ਟੀਵੀ 'ਚ ਬਾਅਦ ਵਿੱਚ ਸੁਣੇ। ਮੈਂ ਉਹਨਾਂ ਨੂੰ ਪੁੱਛਿਆ ਵੀ ਟੀਵੀ 'ਚ ਬਾਅਦ 'ਚ ਕਿਉਂ ਆਉਂਦੀ ਹੈ, ਇਹ ਤਾਂ ਪੂਰਾ ਲਾਈਵ ਨਹੀਂ ਹੈ, ਪੂਰਾ ਸਿੱਧਾ ਨਹੀਂ ਹੈ। ਕਹਿੰਦੇ ਹਾਂਜੀ, ਇਹ ਆਵਾਜ਼ ਪਹਿਲਾਂ ਦਿੱਲੀ ਜਾਂਦੀ ਹੈ,
ਦਿੱਲੀਓਂ ਪ੍ਰਸਾਰਿਤ ਹੋ ਕੇ ਫਿਰ ਵਾਪਸ ਆਉਂਦੀ ਹੈ। ਇਹ ਪੂਰਾ ਲਾਈਵ ਨਹੀਂ ਹੈਗਾ, ਪਰ ਸਾਧ ਸੰਗਤ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਐਸੇ ਸਿੱਖ ਸਨ, ਐਸੇ ਗੁਰੂ ਨਾਨਕ ਸਾਹਿਬ ਦੇ ਪਿਆਰੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਤੈਥੋਂ ਓਹਲੇ ਕਦੇ ਨਾ ਹੋਸਾਂ। ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਲਾਈਵ ਟੈਲੀਕਾਸਟ ਚੱਲਦਾ ਸੀ। ਮੈਂ ਸੌਖਾ ਸਮਝ ਆ ਜੇ ਤੁਹਾਨੂੰ ਤਾਂ ਇਹ ਬੇਨਤੀ ਕਰ ਰਿਹਾ। ਲਾਈਵ ਟੈਲੀਕਾਸਟ ਸ਼ਬਦ ਤਾਂ ਵਰਤ ਰਿਹਾ। ਲਾਈਵ ਟੈਲੀਕਾਸਟ ਕੀ ਹੈ? ਗੁਰੂ ਸਾਹਿਬ ਕਿਤੇ ਵੀ ਬੈਠੇ ਹੋਣ, ਬਾਬਾ ਬੁੱਢਾ ਸਾਹਿਬ ਨੇਤਰ ਬੰਦ ਕਰਦੇ ਸਨ ਨਾ, ਬਾਬਾ ਬੁੱਢਾ ਸਾਹਿਬ ਜੀ ਨੂੰ ਨੇਤਰ ਬੰਦ ਕਰਦਿਆਂ ਸਾਰੇ ਸਤਿਗੁਰਾਂ ਦੇ ਦਰਸ਼ਨ ਹੋ ਜਾਂਦੇ ਸਨ। ਇਤਿਹਾਸ 'ਚ ਸਾਖੀਆਂ ਮਿਲਦੀਆਂ ਨੇ। ਗਿਆਨੀ ਸੰਤੋਖ ਸਿੰਘ ਜ਼ਿਕਰ ਕਰਕੇ ਗਏ ਉਹਨਾਂ ਦੋ ਸਾਖੀਆਂ ਦਾ। ਕਿੱਡੀ ਵੱਡੀ ਅਵਸਥਾ ਹੋਏਗੀ, ਕਿੰਨਾ ਪਿਆਰ ਹੋਏਗਾ ਸਤਿਗੁਰਾਂ ਨਾਲ, ਕਿੱਡੀ ਵੱਡੀ ਬਖਸ਼ਿਸ਼ ਹੈ ਬਾਬਾ ਬੁੱਢਾ ਸਾਹਿਬ ਜੀ ਤੇ। ਜਦੋਂ ਬਾਬਾ ਜੀ ਨੇ ਨੇਤਰ ਬੰਦ ਕਰਨੇ, ਜਿੱਥੇ ਗੁਰੂ ਸਾਹਿਬ ਬੈਠੇ ਹੁੰਦੇ ਆ, ਬਾਬਾ ਬੁੱਢਾ ਸਾਹਿਬ ਕਿਤੇ ਬੈਠੇ ਹੁੰਦੇ ਆ, ਬਾਬਾ ਬੁੱਢਾ ਸਾਹਿਬ ਨੂੰ ਉੱਥੇ ਦਰਸ਼ਨ ਹੋਣ ਲੱਗ ਪੈਂਦੇ। ਵੇਖੋ, ਇੱਕ ਸ਼ਬਦ ਹੈ ਗੁਰੂ ਸਾਹਿਬ ਅੰਗ ਸੰਗ ਹੋਣੇ। ਅੰਗ ਸੰਗ ਦਾ ਭਾਵ ਬਹੁਤ ਵੱਡਾ ਹੈ। ਵਾਹਿਗੁਰੂ ਮਿਹਰ ਕਰੇ ਸਾਧ ਸੰਗਤ, ਸਤਿਗੁਰੂ ਸਾਡੇ ਤੇ ਕਿਰਪਾ ਕਰਨ, ਦਇਆ ਕਰਨ, ਕਿਤੇ ਸਾਨੂੰ ਪ੍ਰੇਮ ਬਖਸ਼ਣ, ਸਾਨੂੰ ਮਹਾਰਾਜ ਦੀ ਅੰਗ ਸੰਗਤਾ ਭਾਸੇ। ਅੰਗ ਸੰਗ ਕੀ ਹੁੰਦਾ? ਤੁਸੀਂ ਇੱਥੇ ਆ ਕੇ ਬੈਠੇ ਹੋ, ਕੋਈ ਸਾਡੇ 'ਚੋਂ ਸਰੀਰ ਇਹੋ ਜਿਹਾ ਨਹੀਂ ਬੈਠਾ ਜਿਹੜਾ ਆਪਣੇ ਅੰਗ ਘਰ ਰੱਖ ਕੇ ਆਇਆ ਹੋਵੇ। ਅੰਗ ਕੀ ਹੈ? ਸਾਡੇ ਸਰੀਰ ਦੇ ਪਾਰਟਸ, ਹਿੱਸਾ, ਅੰਗ। ਕੋਈ ਨਹੀਂ ਹੈ ਜਿਹੜਾ ਆਪਣੇ ਸਰੀਰ ਦੇ ਅੰਗ ਬਾਹਰ ਰੱਖ ਕੇ ਆ ਗਿਆ ਹੋਵੇ। ਪਿਆਰਿਓ, ਜਿਵੇਂ ਅੰਗ ਸਾਡੇ ਨਾਲ ਆਏ ਆ ਨਾ, ਜਿਹੜੇ ਸਤਿਗੁਰੂ ਦੇ ਬਹੁਤ ਪਿਆਰੇ ਹੁੰਦੇ ਆ, ਜਿਵੇਂ ਸਾਡੇ ਨਾਲ ਸਾਡੇ ਅੰਗ ਰਹਿੰਦੇ ਆ, ਉਵੇਂ ਉਹਨਾਂ ਨਾਲ ਸਤਿਗੁਰੂ ਰਹਿੰਦੇ ਆ। ਧੰਨ ਬਾਬਾ ਬੁੱਢਾ ਸਾਹਿਬ, ਜਦੋਂ ਨੇਤਰ ਬੰਦ ਕਰਨੇ, ਮਹਾਰਾਜ ਦੇ ਦਰਸ਼ਨ ਹੋ ਜਾਣੇ। ਭਾਵੇਂ ਗੁਰੂ ਅੰਗਦ ਸਾਹਿਬ ਜੀ ਦਾ ਸਮਾਂ ਸੀ, ਜਾਂ ਮੈਂ ਇਉਂ ਕਹਾਂ ਗੁਰੂ ਅਮਰਦਾਸ ਜੀ ਦਾ ਸਮਾਂ ਸੀ। ਵੇਖੋ, ਨਿਮਰਤਾ ਬੜੀ ਹੈ ਬਾਬਾ ਜੀ ਦੀ। ਬੜੀ ਵਾਰੀ ਮੈਂ ਸਾਖੀ ਸੁਣਾਈ ਹੈ, ਪਰ ਸੱਚੀ ਗੱਲ ਇਹ ਹੈ, ਕੁਝ ਸਾਖੀਆਂ ਐਸੀਆਂ ਹੁੰਦੀਆਂ, ਉਹ ਜਿੰਨੀ ਵਾਰੀ ਸੁਣਾਓ ਨਾ, ਉਹਦਾ ਰਸ ਘਟਦਾ ਨਹੀਂ ਹੈ, ਉਹਦਾ ਰਸ ਵੱਧ ਜਾਂਦਾ ਹੈ। ਬਾਬਾ ਜੀ ਦਾ ਬੜਾ ਹੀ ਪਿਆਰ ਹੈ ਸੰਗਤ ਨੂੰ। ਮਹਾਰਾਜ ਗੁਰੂ ਅਮਰਦਾਸ ਜੀ ਦੇ ਦਰਸ਼ਨ ਨਹੀਂ ਹੋਏ। ਸੰਗਤ ਨੂੰ ਕਿੰਨਾ ਵਿਸ਼ਵਾਸ ਹੈ ਬਾਬਾ ਬੁੱਢਾ ਜੀ ਤੇ। ਸੰਗਤ ਦੇ ਮਨ ਵਿੱਚ ਇਹ ਆ, ਜੇ ਸਤਿਗੁਰਾਂ ਦੇ ਦਰਸ਼ਨ ਨਹੀਂ ਹੋ ਰਹੇ, ਤੇ ਜੇ ਕੋਈ ਦਰਸ਼ਨ ਕਰਾ ਸਕਦਾ ਹੈ, ਤੇ ਉਹ ਬਾਬਾ ਬੁੱਢਾ ਸਾਹਿਬ ਜੀ ਕਰਾ ਸਕਦੇ। ਬਾਬਾ ਬੁੱਢਾ ਸਾਹਿਬ ਤੋਂ ਸਿਵਾ ਕੋਈ ਹੋਰ ਨਹੀਂ ਦਰਸ਼ਨ ਕਰਾ ਸਕਦਾ। ਇੱਕ ਗੁਰਮੁਖ ਕਮਾਈ ਵਾਲੇ ਬੋਲ ਰਹੇ ਸੀ। ਉਹ ਕਹਿੰਦੇ, ਸਿੱਖੋ, ਤੁਹਾਨੂੰ ਮਹਿਸੂਸ ਹੋਵੇ ਸਾਡੇ ਕੋਲੋਂ ਕੋਈ ਗਲਤ ਕੰਮ ਹੋ ਗਿਆ, ਗੁਰੂ ਸਾਹਿਬ ਸਾਡੇ ਤੋਂ ਨਾਰਾਜ਼ ਹੈ, ਘਬਰਾਇਓ ਨਾ, ਬਾਬਾ ਬੁੱਢਾ ਸਾਹਿਬ ਨੂੰ ਯਾਦ ਕਰਿਓ। ਬਾਬਾ ਬੁੱਢਾ ਸਾਹਿਬ ਗੁਰੂ ਦੀ ਨਾਰਾਜ਼ਗੀ ਜ਼ਿੰਦਗੀ ਵਿੱਚੋਂ ਕੱਢ ਦਿੰਦੇ, ਸਤਿਗੁਰੂ ਦੀ ਨੇੜਤਾ ਲੈ ਆਉਂਦੇ। ਧੰਨ ਬਾਬਾ ਬੁੱਢਾ ਸਾਹਿਬ ਦੀ ਵੇਖੋ ਨਿਮਰਤਾ। ਬ੍ਰਹਮ ਗਿਆਨੀ ਊਚ ਤੇ ਉੱਚਾ। ਗੁਰੂ ਅਰਜਨ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਉੱਚਾ ਨਹੀਂ ਹੁੰਦਾ। ਗੁਰੂ ਅਰਜਨ ਸਾਹਿਬ ਮਹਾਰਾਜ, ਜੇ ਬ੍ਰਹਮ ਗਿਆਨੀ ਉੱਚਾ ਨਹੀਂ ਤੇ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਉੱਚੇ ਤੋਂ ਵੀ ਉੱਚਾ ਹੁੰਦਾ ਹੈ। ਪਰ ਜਿੱਥੇ ਬ੍ਰਹਮ ਗਿਆਨੀ ਅੰਦਰੋਂ ਬਹੁਤ ਉੱਚਾ ਹੈ, ਉੱਥੇ ਬ੍ਰਹਮ ਗਿਆਨੀ ਬਾਹਰੋਂ ਬਹੁਤ ਨਿਮਰਤਾ ਰੱਖਦਾ ਹੈ। ਧੰਨ ਬਾਬਾ ਬੁੱਢਾ ਸਾਹਿਬ ਵੇਖੋ, ਜਦੋਂ ਸੰਗਤ ਗਈ ਨਾ ਬਾਬਾ ਜੀ ਕੋਲ, ਬਾਬਾ ਬੁੱਢਾ ਸਾਹਿਬ ਉੱਠ ਕੇ ਖਲੋ ਗਏ। ਬਾਬਾ ਜੀ ਦਾ ਇੱਕ ਇੱਕ ਬਚਨ ਧਿਆਨ ਨਾਲ ਸੁਣਨ ਵਾਲਾ 'ਚ ਸੰਗਤ ਕਹਿਣ ਲੱਗੀ, ਬਾਬਾ ਜੀ, ਜਦੋਂ ਤੁਸੀਂ ਆਉਂਦੇ ਹੋ ਨਾ, ਗੁਰੂ ਸਾਹਿਬ ਉੱਠ ਕੇ ਖਲੋ ਜਾਂਦੇ ਤੁਹਾਡੇ ਸਤਿਕਾਰ ਵਿੱਚ। ਕਿੰਨਾ ਸਤਿਕਾਰ ਹੋਏਗਾ। ਅੱਜ ਬਾਬਾ ਜੀ ਅਸੀਂ ਆਏ ਆ, ਆਪ ਜੀ ਉੱਠ ਕੇ ਖਲੋਗੇ? ਬਾਬਾ ਜੀ ਕਹਿੰਦੇ ਹਾਂ। ਪੋਥੀ ਸਾਹਿਬ 'ਚ ਬਚਨ ਲਿਖਿਆ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ। ਬਾਬਾ ਜੀ ਕਹਿੰਦੇ, ਭਾਈ, ਜਿਹਦੇ ਤੇ ਮੇਰੇ ਗੁਰੂ ਨਾਨਕ ਸਾਹਿਬ ਖੁਸ਼ ਹੋਣ ਨਾ, ਉਹਦੇ ਘਰ ਆਪਣਾ ਇੱਕ ਸਿੱਖ ਭੇਜ ਦੇ। ਜਿਸ ਉੱਤੇ ਮੇਰੇ ਗੁਰੂ ਨਾਨਕ ਸਾਹਿਬ ਹੋਰ ਖੁਸ਼ ਹੋਣ, ਉਹਦੇ ਘਰ 2 ਸਿੱਖ ਭੇਜ ਦੇ। ਜਿਸ ਉੱਤੇ ਗੁਰੂ ਨਾਨਕ ਸਾਹਿਬ ਖੁਸ਼ ਹੋਣ, ਉਹਦੇ ਘਰ 5। ਜਿਸ ਉੱਤੇ ਗੁਰੂ ਨਾਨਕ ਸਾਹਿਬ ਬਹੁਤ ਖੁਸ਼ ਹੋ ਜਾਣ ਨਾ,
ਉਹਦੇ ਘਰ ਸਾਰੀ ਸੰਗਤ ਭੇਜ ਦਿੰਦੇ ਹਨ। ਤੁਸੀਂ ਸੰਗਤ ਮੇਰੇ ਘਰ ਆਏ ਹੋ, ਮੇਰੇ ਕੋਲ ਚੱਲ ਕੇ ਆਏ ਹੋ। ਸੰਗਤ ਕਹਿਣ ਲੱਗੀ ਬਾਬਾ ਜੀ ਸਤਿਗੁਰੂ ਦੇ ਦਰਸ਼ਨ ਨਹੀਂ ਹੋ ਰਹੇ, ਤੁਹਾਡੇ ਤੋਂ ਬਗੈਰ ਹੋਰ ਕਿਹਦੇ ਕੋਲ ਜਾਈਏ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਆ, ਉਹ ਕਹਿੰਦੇ ਸਿੱਖੋ ਬਾਬਾ ਜੀ ਕੁਤਬੀ ਸਿਤਾਰੇ ਆ ਸਿੱਖੀ ਦੇ, ਡੁੱਬਦਿਆਂ ਨੂੰ ਤਾਰਨ ਵਾਲੇ ਆ। ਬਾਬਾ ਜੀ ਨੇ ਉਸੇ ਵੇਲੇ ਨੇਤਰ ਬੰਦ ਕੀਤੇ ਤੇ ਜਿਹੜੀ ਮੈਂ ਬੇਨਤੀ ਕੀਤੀ ਨਾ ਲਾਈਵ ਟੈਲੀਕਾਸਟ ਵਾਲੀ, ਉਹ ਸ਼ੁਰੂ ਹੋ ਗਿਆ ਜੀ। ਕੋਈ ਟਾਈਮ ਟੇਬਲ ਨਹੀਂ ਹੈ, ਇੰਨੇ ਤੋਂ ਇੰਨੇ ਲਾਈਵ ਟੈਲੀਕਾਸਟ ਹੋਏਗਾ, ਨਹੀਂ। ਨੇਤਰ ਬੰਦ ਕੀਤੇ, ਗੁਰੂ ਅਮਰਦਾਸ ਜੀ ਦੇ ਦਰਸ਼ਨ ਹੋ ਗਏ। ਬਚਣਾ ਕਿਵੇਂ ਹੈ? ਸੰਗਤਾਂ ਨੇ ਪੂਜਾ ਕਰਨੀ ਹੈ ਬਾਬਾ ਜੀ ਦੀ। ਬਾਬਾ ਜੀ ਛੁਪ ਕੇ ਰਹਿਣਾ ਚਾਹੁੰਦੇ ਆ। ਭਾਈ ਵੀਰ ਸਿੰਘ ਜੀ ਦੇ ਬੋਲ ਨੇ ਤੇ ਬਾਬਾ ਜੀ ਉਹਦੇ ਤੇ ਪੂਰੇ ਕਾਇਮ ਨੇ। ਮੇਰੇ ਛੁਪੇ ਰਹਿਣ ਦੀ ਚਾਹ ਨਾ ਪੂਰੀ ਹੋਣ ਦੀ। ਕਹਿਣ ਲੱਗੇ ਮੇਰੀ ਛੁਪੇ ਰਹਿਣ ਦੀ ਚਾਹ ਹੈ। ਕਿਵੇਂ? ਬਾਬਾ ਬੁੱਢਾ ਸਾਹਿਬ ਸਾਧ ਸੰਗਤ ਜੀ ਪਤਾ ਲੱਗ ਗਿਆ ਮਹਾਰਾਜ ਕਿੱਥੇ ਹੈ, ਪਰ ਇੰਜ ਨਹੀਂ ਵੀ ਮੈਨੂੰ ਪਤਾ ਲੱਗ ਗਿਆ ਮੈਂ ਹੁਣੇ ਤੁਹਾਨੂੰ ਲੈ ਜਾਂਦਾ। ਬਾਬਾ ਆਪਾਂ ਮਹਾਰਾਜ ਨੂੰ ਬੇਨਤੀ ਕਰਾਂਗੇ, ਮਹਾਰਾਜ ਕਿਉਂ ਨਹੀਂ ਆਉਣਗੇ। ਇਹੋ ਜਿਹੀਆਂ ਥੋੜ੍ਹੀ ਪ੍ਰੇਮ ਵਾਲੇ ਗੱਲਾਂ ਕਰਦੇ ਹੁੰਦੇ। ਬਾਬਾ ਜੀ ਨੂੰ ਸਭ ਦਿਸ ਗਿਆ, ਮਹਾਰਾਜ ਬੈਠੇ ਆ, ਧਿਆਨ ਲਾ ਕੇ ਦਰਸ਼ਨ ਹੋ ਗਏ। ਤੇ ਬਾਬਾ ਜੀ ਕਹਿਣ ਲੱਗੇ ਆਪਾਂ ਗੋਇੰਦਵਾਲ ਸਾਹਿਬ ਚੱਲਦੇ ਹਾਂ। ਗੋਇੰਦਵਾਲ ਸਾਹਿਬ ਗਏ, ਸਾਰੀ ਘਟਨਾ ਵੇਖੀ। ਉੱਥੇ ਮਹਾਰਾਜ ਦੀ ਘੋੜੀ ਸੀਗੀ। ਪਿਆਰਿਓ ਉਹ ਘੋੜੀ ਆਮ ਨਹੀਂ ਹੈ ਜਿਹਦੇ ਤੇ ਮੇਰੇ ਗੁਰੂ ਅਮਰਦਾਸ ਸਾਹਿਬ ਬੈਠਦੇ ਹੋਣਗੇ ਜੀ। ਛੋਟੀ ਗੱਲ ਨਹੀਂ ਹੈ। ਗੁਰੂ ਅਮਰਦਾਸ ਸਾਹਿਬ ਰੱਬ ਨੇ ਧਰਤੀ ਤੇ। ਮਹਾਰਾਜ ਜਿਸ ਘੋੜੀ ਤੇ ਬਹਿੰਦੇ ਸਨ, ਉਹ ਘੋੜੀ ਕਿਸੇ ਹੋਰ ਨੂੰ ਆਪਣੇ ਤੇ ਸਵਾਰ ਨਹੀਂ ਸੀ ਹੋਣ ਦਿੰਦੀ। ਵੇਖੋ ਬਾਬਾ ਜੀ ਕਹਿਣ ਲੱਗੇ ਇਹਦੇ 'ਚ ਕੀ ਹੈ, ਤੁਸੀਂ ਐਵੇਂ ਮੇਰੇ ਕੋਲ ਆਏ। ਇਹ ਤੇ ਘੋੜੀ ਤੁਹਾਨੂੰ ਦੱਸ ਦੇਗੀ ਵੀ ਮਹਾਰਾਜ ਕਿੱਥੇ ਆ। ਘੋੜੀ ਨੂੰ ਇਸ਼ਨਾਨ ਕਰਾਓ, ਘੋੜੀ ਨੂੰ ਸਜਾਓ। ਸਿੱਖਾਂ ਨੇ ਇਸ਼ਨਾਨ ਕਰਾਇਆ, ਉਹਨੂੰ ਸਿਹਰੇ ਲਾਏ, ਫੁੱਲ ਲਾਏ। ਫਿਰ ਬਾਬਾ ਬੁੱਢਾ ਸਾਹਿਬ ਕਹਿੰਦੇ ਹੁਣ ਘੋੜੀ ਨੂੰ ਅੱਗੇ ਲਾ ਦਿਓ। ਉਹ ਘੋੜੀ ਅੱਗੇ ਤੋਰਤੀ। ਘੋੜੀ ਤੇ ਜਾਨਵਰ ਹੀ ਹੈ ਨਾ। ਅਸਲ ਵਿੱਚ ਬਾਬਾ ਬੁੱਢਾ ਸਾਹਿਬ ਨੇ ਘੋੜੀ ਨੂੰ ਸੋਝੀ ਦੇ ਦਿੱਤੀ। 4 ਮੁਕਤੀਆਂ ਨੇ। ਇੱਕ ਹੈ ਸਲੋਕ, ਇੱਕ ਹੈ ਸਰੂਪ, ਇੱਕ ਹੈ ਸਮੀਪ, ਇੱਕ ਹੈ ਸਯੁਜ। ਧਿਆਨ ਨਾਲ ਸੁਣਿਓ, 4 ਮੁਕਤੀਆਂ ਨੇ। ਇਹ ਜਿੰਦਿਆਂ ਜੀ ਮਿਲਦੀਆਂ ਨੇ। ਕੇਵਲ ਮੁਕਤੀ ਮਰਨ ਤੋਂ ਬਾਅਦ ਮਿਲਦੀ ਹੈ। 4 ਮੁਕਤੀਆਂ ਨੇ ਜਿਹੜੇ ਸਿੱਖ ਨੂੰ ਜਿੰਦਿਆਂ 'ਚ ਹੀ ਮਿਲਦੀ ਹੈ। ਸਲੋਕ ਮੁਕਤੀ ਕੀ ਹੈ? ਜਿਸ ਇਸ਼ਟ ਨੂੰ ਮੰਨ ਰਹੇ ਹੋ ਪਿਆਰਿਓ, ਜਿੱਥੇ ਤੁਹਾਡਾ ਇਸ਼ਟ ਰਹਿੰਦਾ ਉਸ ਲੋਕ ਵਿੱਚ ਰਹਿਣ ਲੱਗ ਪਓ, ਇਹਨੂੰ ਸਲੋਕ ਮੁਕਤੀ ਕਹਿੰਦੇ। ਸਮੀਪ ਵੇਖੋ, ਲੋਕ ਵਿੱਚ ਰਹਿਣਾ ਬੜੀ ਵੱਡੀ। ਆਪਾਂ ਗੁਰੂ ਰਾਮਦਾਸ ਜੀ ਦੇ ਸਿੱਖ ਅੰਮ੍ਰਿਤਸਰ 'ਚ ਰਹਿੰਦੇ ਆ, ਸਲੋਕ ਮੁਕਤੀ ਹੈ। ਪਰ ਇੱਕ ਹੈ ਸਮੀਪ। ਅੰਮ੍ਰਿਤਸਰ ਵਿੱਚ ਰਹਿਣਾ ਗੱਲ ਵੱਖਰੀ ਹੈ, ਗੁਰੂ ਰਾਮਦਾਸ ਜੀ ਦੇ ਕੋਲ ਰਹਿਣਾ ਗੱਲ ਵੱਖਰੀ ਹੈ। ਇੱਕ ਹੈ ਸਮੀਪ ਮੁਕਤੀ, ਕੋਲ ਰਹਿਣਾ। ਇੱਕ ਹੈ ਜਿਸ ਇਸ਼ਟ ਨੂੰ ਮੰਨ ਰਹੇ ਹੋ ਨਾ, ਇੰਨਾ ਮੰਨੋ, ਇੰਨਾ ਮੰਨੋ, ਇਸ਼ਟ ਦਾ ਰੂਪ ਹੀ ਬਣ ਜਾਓ। ਜਿਹਨੇ ਤੁਹਾਡੇ ਦਰਸ਼ਨ ਕਰ ਲਏ ਨਾ, ਸਮਝੋ ਉਹਨੂੰ ਤੁਹਾਡੇ ਇਸ਼ਟ ਦੇ ਦਰਸ਼ਨ ਹੋ ਜਾਣ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ, ਉਹਨਾਂ ਦੇ ਜੀਵਨ 'ਚ ਮਿਲਦਾ। ਬਾਬਾ ਤੇਜਾ ਸਿੰਘ ਜੀ ਮਹਾਰਾਜ ਲਿਖਦੇ, ਕਹਿੰਦੇ ਪ੍ਰੇਮੀ ਕਹਿੰਦੇ ਸੀ ਜਦੋਂ ਸੰਤ ਤੁਰਦੇ ਹੋਏ ਜਾਂਦੇ ਸਨ ਨਾ, ਪ੍ਰੇਮੀ ਕਹਿੰਦੇ ਸਨ ਅੱਜ ਐਂ ਲੱਗਦਾ ਜਿਵੇਂ ਕਲਗੀਆਂ ਵਾਲੇ ਤੇ ਦਰਸ਼ਨ ਹੋ ਗਏ ਹੋਣ ਜੀ, ਮਹਾਂਪੁਰਖਾਂ ਦੇ ਦਰਸ਼ਨ ਕਰਕੇ। ਕੀ ਹੈ? ਸਰੂਪ ਮੁਕਤੀ ਹੈ। ਗੁਰੂ ਦਾ ਸਰੂਪ ਹੀ ਬਣ ਗਿਆ ਜੀ, ਗੁਰੂ ਦਾ ਰੂਪ ਬਣ ਗਏ। ਤੇ ਸੱਚੀ ਗੱਲ ਹੈ, ਸੱਚ ਦੱਸਿਓ, ਰੱਬ ਦੇ ਪਿਆਰੇ ਗੁਰੂ ਵਰਗੇ ਲੱਗਦੇ ਕਿ ਨਹੀਂ ਲੱਗਦੇ ਜੀ? ਕਈ ਵਾਰੀ ਨਾ ਮਹਾਰਾਜ ਦਾ ਸਰੂਪ ਵੇਖੋ, ਸੱਚੇ ਪਾਤਸ਼ਾਹ ਜੀ ਦਾ ਕੋਈ, ਤੇ ਕਿਸੇ ਰੱਬ ਦੇ ਪਿਆਰੇ ਦਾ ਵੇਖ ਲਓ, ਉਹਨੂੰ ਐ ਵੇਖ ਕੇ ਲੱਗਦਾ ਸਾਧ ਸੰਗਤ ਜੀ, ਮਹਾਂਪੁਰਖਾਂ ਨੂੰ ਵੇਖ ਕੇ ਐਉਂ ਲੱਗਦਾ ਰੱਬ ਦੇ ਪਿਆਰਿਆਂ ਨੂੰ ਜਿਵੇਂ ਗੁਰੂ ਸਾਹਿਬ ਦਾ ਸਰੂਪ ਹੋਵੇ ਜੀ। ਉਹਨਾਂ ਦਾ ਚਿਹਰਾ ਮੂਹਰਾ ਗੁਰੂ ਸਾਹਿਬ ਵਰਗਾ ਹੋਣ ਲੱਗ ਪੈਂਦਾ।
ਇੱਥੋਂ ਤੱਕ ਕਈ ਪ੍ਰੇਮੀ ਕਹਿੰਦੇ ਆ ਬਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕਰ ਲਓ ਨਾ, ਐਂ ਲੱਗਦਾ ਜਿਵੇਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਹੋਣ। ਇਹ ਕੀ ਹੈ? ਇਹ ਹੈ ਸਰੂਪ ਮੁਕਤੀ, ਗੁਰੂ ਦਾ ਸਰੂਪ ਹੀ ਬਣ ਜਾਣਾ। ਇਹਦੇ ਤੋਂ ਅਗਲੀ ਮੁਕਤੀ 'ਚ ਸਯੁਜ, ਜਿਹਦੇ ਬਾਰੇ ਮੈਂ ਬੇਨਤੀ ਕਰਨ ਲੱਗਾ ਸਾਂ। ਸਿੱਖ ਸ਼ਲੋਕ ਤੋਂ ਸਮੀਪ, ਸਮੀਪ ਤੋਂ ਸਰੂਪ ਜਦੋਂ ਬਣਦਾ ਹੈ ਨਾ ਗੁਰੂ ਦਾ, ਫਿਰ ਸਤਿਗੁਰੂ ਇੱਕ ਤਾਕਤ ਦਿੰਦੇ ਆ ਸਿੱਖ ਨੂੰ। ਇੱਕੋ ਸਮੇਂ ਉਹ ਸਿੱਖ ਬ੍ਰਹਮ ਗਿਆਨੀ ਇੱਕੋ ਫੁਰਨਾ ਲੈ ਕੇ ਲੱਖਾਂ ਦਾ ਭਲਾ ਕਰ ਸਕਦਾ ਹੈ। ਇੱਕੋ ਸਮੇਂ ਇੱਕੋ ਫੁਰਨਾ ਲੈ ਕੇ ਉਹ ਲੱਖਾਂ ਦਾ ਭਲਾ ਕਰ ਸਕਦਾ ਹੈ। ਸਤਿਗੁਰੂ ਉਹਨੂੰ ਸਮਰੱਥਾ ਦੇ ਦਿੰਦੇ ਜੀ, ਉਹ ਕਿਸੇ ਨੂੰ ਵੀ ਸੋਝੀ ਦੇ ਸਕਦਾ। ਬਾਬਾ ਬੁੱਢਾ ਸਾਹਿਬ ਉਹ ਗੁਰੂ ਦੇ ਸਰੂਪ ਸਨ ਜੀ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਸਿੱਖੋ ਬਾਬਾ ਬੁੱਢਾ ਜੀ ਦੇ ਦਰਸ਼ਨ ਕਰ ਲਏ, ਸਮਝੋ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ। ਗੁਰੂ ਅਰਜਨ ਸਾਹਿਬ ਕਹਿੰਦੇ ਸਨ, ਗੁਰੂ ਅਰਜਨ ਸਾਹਿਬ, ਕਿਉਂ? ਬਾਬਾ ਬੁੱਢਾ ਜੀ ਦਾ ਚਿਹਰਾ ਮੂਰਾ ਗੁਰੂ ਨਾਨਕ ਸਾਹਿਬ ਵਰਗਾ ਹੋ ਗਿਆ ਸੀ। ਬਾਬਾ ਬੁੱਢਾ ਸਾਹਿਬ ਨੇ ਉਹ ਘੋੜੀ ਦੀ ਸੁੱਧ ਬੁੱਧ ਬਦਲਤੀ, ਘੋੜੀ ਨੂੰ ਸਮੱਤ ਦੇਤੀ। ਘੋੜੀ ਨੂੰ ਪਤਾ ਲੱਗ ਗਿਆ ਆਪ ਨਹੀਂ ਅੱਗੇ ਹੋਏ, ਆਪ ਨਹੀਂ ਅੱਗੇ ਹੋਏ, ਆਪਣੀ ਵਡਿਆਈ ਨਹੀਂ ਕੀਤੀ। ਤੇ ਫਿਰ ਤੁਹਾਨੂੰ ਪਤਾ ਹੀ ਹੈ, ਗਿਆਨੀ ਜੀ ਸੁਣਾ ਕੇ ਗਏ। ਇਹ ਵੀ ਜੁਗਤੀ ਹੈ ਬਾਬਾ ਜੀ। ਦੇਖੋ, ਜੇ ਸਤਿਗੁਰੂ ਜੀ ਨੇ ਬਾਹਰ ਲਿਖਤਾ ਹੈ ਵੀ ਜਿਹੜਾ ਇਸ ਦਰਵਾਜ਼ੇ ਰਾਹੀਂ ਅੰਦਰ ਆਏਗਾ ਸਾਡਾ ਸਿੱਖ ਨਹੀਂ, ਚਲੋ ਪਹੁੰਚ ਗਏ ਉੱਥੇ, ਸਿੱਖ ਫਿਰ ਚਿੰਤਤ ਨੇ। ਸਿੱਖਾਂ ਨੇ ਜਦੋਂ ਪੜ੍ਹਿਆ ਨਾ, ਸਿੱਖ ਫਿਰ ਬਾਬਾ ਬੁੱਢਾ ਜੀ ਦੇ ਚਰਨਾਂ 'ਚ ਬੇਨਤੀ ਕਰਦੇ, ਬਾਬਾ ਜੀ ਇੱਥੋਂ ਤੱਕ ਤੇ ਦਰਸ਼ਨ ਤੁਸਾਂ ਹੀ ਕਰਾਏ ਹੈ, ਹੁਣ ਅੱਗੇ ਵੀ ਕਿਰਪਾ ਕਰ ਦਿਓ। ਤੇ ਫਿਰ ਜੁਗਤੀ ਮੁਕਤੀ ਤੇ ਸੰਤਾਂ ਕੋਲ ਹੀ ਹੁੰਦੀ ਹੈ ਨਾ। ਫਿਰ ਬਾਬਾ ਜੀ ਨੇ ਜੁਗਤੀ ਕੱਢੀ ਜੀ, ਸੰਨ ਲਾਈ ਜੀ, ਦਰਸ਼ਨ ਕਰਾਏ ਸੰਗਤ ਨੂੰ। ਕਮਾਲ ਦੀ ਗੱਲ ਇਹ ਹੈ, ਜਦੋਂ ਮਹਾਰਾਜ ਨੇ ਦਰਸ਼ਨ ਹੋ ਗਏ ਨਾ ਬਾਬਾ ਬੁੱਢਾ ਸਾਹਿਬ ਜੀ ਨੂੰ, ਗੁਰੂ ਅਮਰਦਾਸ ਜੀ ਦੇ ਅੰਦਰ ਚਲੇ ਗਏ। ਜਿਹੜਾ ਦਰਵਾਜ਼ਾ ਸਤਿਗੁਰੂ ਜੀ ਨੇ ਬੰਦ ਕਰਤਾ ਸੀ, ਲਿਖ ਦਿੱਤਾ ਸੀ ਇਹਦੇ ਅੰਦਰ ਜਿਹੜਾ ਆਏਗਾ, ਇਸ ਰਾਹੀਂ ਜਿਹੜਾ ਅੰਦਰ ਆਏਗਾ ਉਹ ਸਾਡਾ ਸਿੱਖ ਨਹੀਂ। ਭਾਵ ਦਰਵਾਜ਼ਾ ਬੰਦ ਹੋ ਗਿਆ, ਉਸ ਬੰਦ ਦਰਵਾਜ਼ੇ ਨੂੰ ਖੋਲ੍ਹਣ ਵਾਲੇ ਵੀ ਬਾਬਾ ਬੁੱਢਾ ਸਾਹਿਬ ਜੀ ਹਨ। ਇਹਦਾ ਭਾਵ ਸਮਝਿਓ। ਇਹਦਾ ਭਾਵ ਇਹ ਹੈ, ਜੇ ਦਰਵਾਜ਼ੇ ਬੰਦ ਹੋ ਜਾਣ ਨਾ ਰਹਿਮਤਾਂ ਵਾਲੇ, ਬਾਬਾ ਬੁੱਢਾ ਸਾਹਿਬ ਜੀ ਖੋਲ੍ਹ ਸਕਦੇ ਹੈ ਜੀ। ਬਾਬਾ ਬੁੱਢਾ ਜੀ ਸਮਰੱਥ ਨੇ। ਮਹਾਰਾਜ ਨੇ ਬੜੀ ਸਿਫਤ ਕੀਤੀ ਫਿਰ ਉੱਥੇ ਬਾਬਾ ਬੁੱਢਾ ਜੀ ਦੀ, ਤੁਹਾਨੂੰ ਦੱਸ ਕੇ ਗਏ। ਇੱਥੋਂ ਤੱਕ ਗੁਰੂ ਅਮਰਦਾਸ ਸਾਹਿਬ ਜੀ ਨੇ ਕਹਿਤਾ, ਜਿਹੜਾ ਬਾਬਾ ਬੁੱਢਾ ਜੀ ਨੂੰ ਧੰਨ ਆਖੇਗਾ, ਜਿਹੜਾ ਬਾਬਾ ਬੁੱਢਾ ਜੀ ਦਾ ਨਾਮ ਲਏਗਾ, ਉਹਦੀਆਂ ਮੁਸ਼ਕਲਾਂ ਰੁਕਾਵਟਾਂ ਦੂਰ ਹੋ ਜਾਣਗੀਆਂ। ਕਿੰਨਾ ਸਤਿਕਾਰ ਸੀ। ਮੈਂ ਆ ਦੋ ਕੁ ਬਚਨ ਕਹਿ ਕੇ ਖਿਮਾ ਮੰਗਣ ਲੱਗਾ, ਬਾਬਾ ਜੀ ਆ ਗਏ ਆ, ਬਾਬਾ ਜੀ ਨੇ ਕੀਰਤਨ ਸੁਣਾਉਣਾ। ਆਪਾਂ ਅੰਮ੍ਰਿਤਸਰ ਦੇ ਵਾਸੀ ਹਾਂ। ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਅੰਮ੍ਰਿਤਸਰ ਵਾਲੇ ਪਾਸੇ ਤੋਰਿਆ ਨਾ, ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਮਹਾਰਾਜ ਨੇ ਸਾਰੀ ਗੱਲ ਸਮਝਾਈ ਕਿ ਤੁੰਗਾ ਤੋਂ ਉਰਾਂ, ਗਲਵਾਲੀ ਤੋਂ ਪਰਾਂ, ਸੁਲਤਾਨਵਿੰਡ ਦੇ ਪੱਛਮ ਵਾਲੇ ਪਾਸੇ ਜਾ ਕੇ ਘਰ ਬਣਾਓ। ਜਦੋਂ ਘਰ ਬਣਾਓਗੇ, ਉੱਥੋਂ ਪੂਰਬ ਵਾਲੇ ਪਾਸੇ ਜਾ ਕੇ ਸਰੋਵਰ ਬਣਾਇਓ। ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਸਾਰੀ ਗੱਲ ਸਮਝਾਈ। ਘਰ ਬਣਾਉਣਾ ਸੀ। ਗੁਰੂ ਰਾਮਦਾਸ ਸਾਹਿਬ ਨਿਮਰਤਾ 'ਚ ਆ ਕੇ ਕਹਿਣ ਲੱਗੇ, ਮਹਾਰਾਜ ਮੈਂ ਸੁਤੰਤਰ ਨਹੀਂ, ਮੈਂ ਗੁਲਾਮ ਹਾਂ, ਜਿਵੇਂ ਕਹੋਗੇ ਉਵੇਂ ਕਰਾਂਗਾ, ਤੇ ਮਹਾਰਾਜ ਜਿੱਥੇ ਕਹੋਗੇ ਉੱਥੇ ਜਾਵਾਂਗਾ। ਮਹਾਰਾਜ ਮੈਨੂੰ ਤੇ ਕੋਈ ਜ਼ਮੀਨ ਵੇਖਣੀ ਨਹੀਂ ਆਉਂਦੀ, ਕੋਈ ਕੁਝ ਕਰਨਾ ਨਹੀਂ ਆਉਂਦਾ। ਨਿਮਰਤਾ ਨਾ ਗੁਰੂ ਰਾਮਦਾਸ ਜੀ ਦੀ। ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਪਤਾ ਕੀ ਕਹਿਣ ਲੱਗੇ? ਮਹਾਰਾਜ ਕਹਿੰਦੇ ਘਰ ਬਣਾਉਣੇ ਹੈ, ਮਾਇਆ ਚਾਹੀਦੀ ਹੈ। ਜਿੰਨੀ ਮਾਇਆ ਚਾਹੀਦੀ ਹੈ ਨਾ, ਉਹ ਬਾਬਾ ਬੁੱਢਾ ਸਾਹਿਬ ਜੀ ਕੋਲੋਂ ਲੈ ਲਓ। ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਵਚਨ। ਜਿੰਨੀ ਮਾਇਆ ਚਾਹੀਦੀ ਬਾਬਾ ਬੁੱਢਾ ਸਾਹਿਬ ਕੋਲ ਲੈ ਲਓ। ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲੈ ਕੇ ਜਾਣਾ ਹੈ। ਬਾਬਾ ਬੁੱਢਾ ਸਾਹਿਬ ਨਿਸ਼ਾਨਦੇਹੀ ਕਰਨਗੇ। ਤੇ ਜਦੋਂ ਸਾਧ ਸੰਗਤ ਜੀ ਉਹ ਬਾਬਾ ਬੁੱਢਾ ਸਾਹਿਬ ਨਾਲ ਆਏ, ਅੰਮ੍ਰਿਤਸਰ ਦੀ ਮੋੜੀ ਗੱਡੀ ਗਈ, ਗੁਰੂ ਕਾ ਚੱਕ ਨਾਮ ਰੱਖਿਆ। ਤੇ ਇਸ ਅੰਮ੍ਰਿਤਸਰ
ਗੁਰੂ ਕੇ ਚੱਕ ਦੀ ਜਦੋਂ ਮੋਹੜੀ ਗੱਡੀ ਗਈ, ਅਰਦਾਸ ਕਿਹਨੇ ਕੀਤੀ ਹੈ? ਅਰਦਾਸ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਹੈ ਜੀ। ਮਿਸ਼ਠਾਨ ਮੰਗਵਾਇਆ, ਬਾਬਾ ਜੀ ਮਰਜ਼ਾਦਾ ਵਿੱਚ ਪੂਰੇ ਸਨ ਸਾਧ ਸੰਗਤ ਦੀ। ਮਿਸ਼ਠਾਨ ਮੰਗਵਾਇਆ, ਆਪ ਤਿੰਨ ਗੁਰੂ ਸਾਹਿਬ ਦਾ ਨਾਮ ਲੈ ਕੇ ਅਰਦਾਸ ਕੀਤੀ। ਤੇ ਮੋਹੜੀ ਗੱਡਣ ਵਾਲਿਆਂ ਵਿੱਚ ਕੌਣ ਸ਼ਾਮਲ ਹੈ? ਧੰਨ ਗੁਰੂ ਰਾਮਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ। ਜਿਹੜੇ ਸਿੱਖ ਜਗਤ ਦੇ ਮਹਾਨ ਕਾਰਜ ਹੈ ਨਾ, ਜਿਹਨੂੰ ਥੰਮ ਕਹਿ ਲਈਏ, ਉਹ ਸਾਰੇ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਸਤਿਗੁਰਾਂ ਨੇ ਆਪਣੀ ਹਾਜ਼ਰੀ ਵਿੱਚ ਕਰਾਏ। ਤੁਸੀਂ ਇੱਥੋਂ ਅੰਦਾਜ਼ਾ ਲਾਓ ਬਾਬਾ ਜੀ ਦੀ ਕਿੰਨੀ ਵੱਡੀ ਵਡਿਆਈ। ਜਦੋਂ 6ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਵਿੱਦਿਆ ਪੜ੍ਹਨੇ ਪਾਉਣਾ, ਤੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪਣੇ ਵੱਡੇ ਭਰਾਤਾ ਬਾਬਾ ਜੀ ਬਾਬਾ ਮਹਾਦੇਵ ਜੀ ਨਾਲ ਵਾਰਤਾ ਕਰਦੇ ਆ। ਕਹਿੰਦੇ ਆ ਹਰਗੋਬਿੰਦ ਜੀ ਨੂੰ ਵਿੱਦਿਆ ਪੜ੍ਹਨੇ ਪਾਉਣਾ ਹੈ, ਕਿਸ ਕੋਲ ਪਾਈਏ? ਬਾਬਾ ਮਹਾਦੇਵ ਜੀ ਕਹਿਣ ਲੱਗੇ ਜੀ ਸਭ ਤੋਂ ਵੱਡੇ ਸਿਆਣੇ ਤੇ ਬਾਬਾ ਬੁੱਢਾ ਸਾਹਿਬ ਜੀ ਹਨ। ਉਦੋਂ ਸਕੂਲ ਨਹੀਂ ਸੀ ਹੁੰਦੇ। ਆ ਵੇਖੋ ਅੱਜ ਗਲੀਆਂ ਗਲੀਆਂ 'ਚ ਸਕੂਲ ਹੈ, ਹਰ ਪਿੰਡ 'ਚ ਸਕੂਲ। ਉਦੋਂ ਥੋੜ੍ਹੀ ਇੰਝ ਸਕੂਲ ਹੁੰਦੇ ਸੀਗੇ। ਉਦੋਂ ਸੰਤਾਂ ਕੋਲ ਹੀ ਪੜ੍ਹਨ ਜਾਂਦੇ ਸਨ, ਸਾਰੇ ਮਹਾਂਪੁਰਖਾਂ ਕੋਲ ਪੜ੍ਹਨ ਜਾਂਦੇ ਸਨ, ਮਹਾਂਪੁਰਖ ਪੜ੍ਹਾਉਂਦੇ ਸਨ। ਤੇ ਉਸ ਸਮੇਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ 'ਚ ਬਚਨ ਆਇਆ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਸਿੱਖ ਭੇਜੇ। ਵੇਖੋ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲੈਣ ਜਾਣਾ ਹੋਵੇ, ਸਤਿਗੁਰੂ ਜੀ ਨੂੰ ਬੇਨਤੀ ਕਰਨੀ ਹੋਵੇ, ਕਿੰਨੇ ਸਿੰਘ ਚਾਹੀਦੇ ਆ? ਘੱਟੋ ਘੱਟ ਨਹੀਂ 5। ਆਪਾਂ ਕਹਿੰਦੇ ਭਾਈ 5 ਸਿੰਘ ਚਾਹੀਦੇ ਗੁਰੂ ਸਾਹਿਬ ਦੇ ਸਤਿਕਾਰ 'ਚ। ਤੇ ਤੁਸੀਂ ਅੰਦਾਜ਼ਾ ਲਾਓ, ਅਸੀਂ ਸਤਿਗੁਰਾਂ ਦੇ ਸਤਿਕਾਰ 'ਚ 5 ਸਿੰਘ ਭੇਜਦੇ ਹਾਂ ਜਾਂ ਜਾਂਦੇ ਹਾਂ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਵਾ ਭੇਜਿਆ ਵੀ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕਰੋ ਬਾਬਾ ਜੀ ਇੱਥੇ ਆਉਣ, ਤੇ 5 ਸਿੱਖ ਭੇਜੇ ਮਹਾਰਾਜ ਨੇ। ਤੁਸੀਂ ਅੰਦਾਜ਼ਾ ਲਾਓ ਵੀ ਮਹਾਰਾਜ ਕਿੰਨਾ ਸਤਿਕਾਰ ਕਰਦੇ ਹੋਣਗੇ ਬਾਬਾ ਜੀ ਦਾ। 5 ਸਿੱਖ ਭੇਜੇ, ਖਾਲੀ ਹੱਥ ਨਹੀਂ ਭੇਜਿਆ। ਉਹਨਾਂ ਦੇ ਹੱਥ ਕੜਾਹ ਪ੍ਰਸ਼ਾਦ ਭੇਜਿਆ। ਕਹਿਣ ਲੱਗੇ ਜਾਓ ਬਾਬਾ ਜੀ ਨੂੰ ਨਿਮਰਤਾ ਨਾਲ ਬੇਨਤੀ ਕਰਕੇ ਲੈ ਕੇ ਆਓ। ਤੇ ਜਦੋਂ ਬਾਬਾ ਜੀ ਨੂੰ ਨਿਮਰਤਾ ਨਾਲ ਬੇਨਤੀ ਕਰਕੇ 5 ਸਿੱਖ ਲੈ ਕੇ ਆਏ ਨਾ ਸਤਿਗੁਰਾਂ ਕੋਲ, ਤੇ ਮਹਾਰਾਜ ਕਹਿਣ ਲੱਗੇ ਬਾਬਾ ਜੀ ਬਾਲਕ ਹਰਗੋਬਿੰਦ ਜੀ ਨੂੰ ਵਿੱਦਿਆ ਤੁਸਾਂ ਪੜ੍ਹਾਉਣੀ ਹੈ। ਤੇ ਬਾਬਾ ਜੀ ਦਾ ਅੱਗੋਂ ਪਤਾ ਕੀ ਜਵਾਬ ਸੀ? ਕਹਿਣ ਲੱਗੇ ਮਹਾਰਾਜ ਮੈਂ ਆਪ ਜੀ ਦੇ ਘਰ ਦਾ ਝਾੜੂ ਫੇਰਨ ਵਾਲਾ, ਮਹਾਰਾਜ ਮੈਂ ਆਪ ਜੀ ਦੇ ਘਰ ਦਾ ਕਾਹੀ ਆ, ਮਹਾਰਾਜ ਮੈਨੂੰ ਵਿੱਦਿਆ ਦਾ ਕੀ ਪਤਾ ਹੈ। ਨਿਮਰਤਾ ਹੈ ਨਾ ਬਾਬਾ ਬੁੱਢਾ ਸਾਹਿਬ ਜੀ ਦੀ। ਉਹ ਬਾਬਾ ਜੀ ਵੀ ਵੇਖੋ ਕਈ ਵਾਰੀ ਆਪਣੇ ਆਪ ਨੂੰ ਕਹਿ ਦਿੰਦੇ ਆ ਮੈਂ ਅਨਪੜ੍ਹ ਹਾਂ ਜੀ, ਮੈਂ ਚੌਥੀ ਪੜ੍ਹਿਆ ਜੀ, ਇਸ ਤਰ੍ਹਾਂ ਦੇ ਪਿਆਰ ਵਾਲੇ ਵਚਨ ਕਰਦੇ ਹੁੰਦੇ। ਅਸਲ 'ਚ ਜਿਉਂ-ਜਿਉਂ ਨਾਮ ਅੰਦਰ ਨਿਵਾਸ ਕਰੀ ਜਾਂਦਾ ਹੈ ਨਾ, ਜਿਉਂ-ਜਿਉਂ ਨਾਮ ਅੰਦਰ ਵਸਦਾ ਹੈ, ਤਿਉਂ-ਤਿਉਂ ਨਿਮਰਤਾ ਆਪੇ ਆਈ ਜਾਂਦੀ ਹੈ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸਹਿ ਇੱਕ ਠਾਏ। ਨਾਮ ਤੇ ਹਉਮੈ ਇਕੱਠੀ ਨਹੀਂ ਰਹਿ ਸਕਦੇ, ਨਾਮ ਤੇ ਨਿਮਰਤਾ ਰਹਿ ਸਕਦੇ। ਬਾਬਾ ਜੀ ਬੜੇ ਪਿਆਰ ਨਾਲ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ ਮਹਾਰਾਜ ਮੈਂ ਕਾਈ, ਮਹਾਰਾਜ ਮੈਂ ਝਾੜੂ ਫੇਰਨ ਵਾਲਾ, ਮਹਾਰਾਜ ਮੈਨੂੰ ਵਿੱਦਿਆ ਦਾ ਕੀ ਪਤਾ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਆ, ਦਾਸ ਨੇ ਸਤਿਪੁਰਸ਼ਾਂ ਕੋਲੋਂ ਸੁਣਿਆ। ਗੁਰੂ ਅਰਜਨ ਦੇਵ ਸਾਹਿਬ ਕਹਿਣ ਲੱਗੇ ਬਾਬਾ ਜੀ ਅਸੀਂ ਬਾਹਰੀ ਵਿੱਦਿਆ ਦੀ ਗੱਲ ਨਹੀਂ ਕਰਦੇ, ਤੁਸੀਂ ਹਰਗੋਬਿੰਦ ਜੀ ਨੂੰ ਇਹ ਸਿਖਾ ਦਿਓ ਵੀ ਬਚਪਨ ਵਿੱਚ ਬੁੱਢੇ ਕਿਵੇਂ ਬਣੀਦਾ ਹੈ, ਇਹ ਸਿਖਾ ਦਿਓ। ਜਿਵੇਂ ਤੁਹਾਨੂੰ 12 ਸਾਲਾਂ ਦਿਆਂ ਨੂੰ ਮਹਾਰਾਜ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੂੜੇ ਤੋਂ ਬੁੱਢਾ ਬਣਾ ਦਿੱਤਾ, ਤੁਸੀਂ ਇਹ ਸਿਖਾ ਦਿਓ। ਤੇ ਗ੍ਰੰਥਾਂ 'ਚ ਲਿਖਿਆ, ਕਹਿੰਦੇ ਆ 65 ਤਰ੍ਹਾਂ ਦੀ ਵਿੱਦਿਆ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਸਿਖਲਾਈ ਦਿੱਤੀ ਜੀ। ਤੀਰ ਚਲਾਉਣੀ, ਤੈਰਾਕੀ ਕਰਨੀ, ਘੋੜਸਵਾਰੀ, ਬਾਣੀ, ਕੀਰਤਨ, ਕਥਾ। ਬਾਬਾ ਜੀ ਨੂੰ ਕੀਰਤਨ ਵੀ ਆਉਂਦਾ ਸੀਗਾ ਬਾਬਾ ਬੁੱਢਾ ਜੀ ਨੂੰ। ਤੇ ਬਾਬਾ ਜੀ ਲਾਂਗਰੀ ਵੀ ਸਨ, ਬਾਬਾ ਜੀ ਗਿਆਨੀ ਵੀ ਸਨ, ਬਾਬਾ ਜੀ ਯੋਧੇ ਸਨ। ਬਾਬਾ ਜੀ ਦਾ ਸ਼ਸਤਰ ਹੈ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਸਾਹਿਬ ਦੇ ਦਰਸ਼ਨ ਕਰਾਉਂਦੇ ਆ ਬਾਬਾ ਜੀ ਦੇ। 65 ਤਰ੍ਹਾਂ ਦੀ ਵਿੱਦਿਆ ਬਾਬਾ ਜੀ ਨੇ ਦਿੱਤੀ। ਫਿਰ 6ਵੇਂ ਪਾਤਸ਼ਾਹ ਬੜਾ ਪਿਆਰ ਕਰਦੇ ਰਹੇ ਬਾਬਾ ਜੀ ਨੂੰ, ਬੜਾ ਸਤਿਕਾਰ ਕਰਦੇ ਰਹੇ।
ਇੰਨਾ ਬਹੁਤ ਹੈ ਕਿ ਸਾਧ ਸੰਗਤ ਜੀ, ਜਦੋਂ ਬਾਬਾ ਜੀ ਨੇ ਆਉਣਾ ਤੇ ਛੇਵੇਂ ਪਾਤਸ਼ਾਹ ਨੇ ਉੱਠ ਕੇ ਖਲੋਣਾ। ਛੇਤੀ ਦੇ ਨਾਲ ਬਾਬਾ ਜੀ ਦੇ ਗੋਡੀ, ਬਾਬਾ ਜੀ ਦੇ ਚਰਨੀ ਹੱਥ ਲਾ ਲੈਣਾ, ਛੇਤੀ ਦੇ ਨਾਲ। ਤੇ ਬਹੁਤ ਪਿਆਰ ਕਰਨਾ ਬਾਬਾ ਬੁੱਢਾ ਸਾਹਿਬ ਜੀ ਨੂੰ, ਬਹੁਤ ਪਿਆਰ ਕਰਨਾ। ਤੇ ਜਦੋਂ ਬਾਬਾ ਬਿਧੀ ਚੰਦ ਜੀ ਨੇ ਆਖਿਆ ਨਾ, ਜਦੋਂ ਰੋਹੇਲਾ ਪਿੰਡ ਵਸਾਇਆ, ਨਾਮ ਸ੍ਰੀ ਹਰਗੋਬਿੰਦਪੁਰ ਰੱਖਣਾ ਸੀ, ਆਖਿਆ ਵੀ ਇਹਦਾ ਨਾਮ ਰੱਖਣਾ। ਤੇ ਬਾਬਾ ਜੀ ਆਏ ਆ, ਮਹਾਰਾਜ ਕਿਰਪਾ ਕਰੋ ਨਾਮ ਰਖਾ ਲਈਏ, ਆਪ ਕਿਰਪਾ ਕਰੋ। ਛੇਵੇਂ ਪਾਤਸ਼ਾਹ ਬਾਬਾ ਬਿਧੀ ਚੰਦ ਜੀ ਤੇ ਬੜੇ ਖੁਸ਼ ਹੋਏ। ਮਹਾਰਾਜ ਕਹਿੰਦੇ ਬਿਧੀ ਚੰਦ ਜੀ ਸਮੇਂ ਦੇ ਅਨੁਸਾਰ ਬੜੀ ਵਧੀਆ ਗੱਲ ਕੀਤੀ ਹੈ। ਵੇਖੋ ਬਾਬਾ ਜੀ ਇੱਥੇ ਆ, ਬਾਬਾ ਜੀ ਨਾਮ ਰੱਖਣਗੇ। ਇਹਦਾ ਭਾਵ ਮਹਾਰਾਜ ਬਾਬਾ ਜੀ ਨਾਲ ਕਿੰਨਾ ਪਿਆਰ ਕਰਦੇ ਹੋਣਗੇ, ਕਿੰਨਾ ਪਿਆਰ ਕਰਦੇ ਹੋਣਗੇ। ਤੇ ਅਖੀਰ ਦਾ ਸਮਾਂ ਤੇ ਨਹੀਂ ਦਾਸ ਨੇ ਸੁਣਾਉਣਾ ਬਾਬਾ ਜੀ ਦਾ, ਬਸ ਸਿੱਖਿਆ ਵਾਲਾ ਬੋਲ। ਇੱਕ ਬਾਬਾ ਜੀ ਦੀ ਸਮਝੋ, ਬਾਬਾ ਜੀ ਦਾ ਇਹ ਬਚਨ ਆਪਾਂ ਚੇਤੇ ਰੱਖਣਾ ਸਾਰੀ ਉਮਰ। ਸਿੱਖਾਂ ਨੇ ਕਿਹਾ ਸੀ, ਪਹਿਲਾਂ ਤੇ ਗੁਰੂ ਸਾਹਿਬ ਨੇ ਕਿਹਾ, ਬਾਬਾ ਜੀ ਜਦੋਂ ਬਾਬਾ ਜੀ ਰਮਦਾਸ ਸਨ, 125 ਸਾਲ ਆਰਜੂ ਹੋ ਗਈ ਸੀ, ਸਰੀਰ ਤਿਆਗਣਾ ਸੀ। ਬਾਬਾ ਜੀ ਤੁਸੀਂ ਕੋਈ ਬਚਨ ਸੁਣਾਓ ਸਿੱਖਿਆ ਵਾਲਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਸੁਣ ਕੇ ਬਾਬਾ ਜੀ ਪਤਾ ਕੀ ਕਹਿਣ ਲੱਗੇ? ਕਹਿੰਦੇ ਮਹਾਰਾਜ ਤੁਸੀਂ ਸੂਰਜ ਤੇ ਮੈਂ ਤੁਹਾਡੇ ਵਿੱਚੋਂ ਹੀ ਨਿਕਲੀ ਨਿੱਕੀ ਜਿਹੀ ਕਿਰਨ ਆ। ਮਹਾਰਾਜ ਮੈਂ ਕੀ ਦੱਸਾਂਗਾ, ਕਿੰਨਾ ਸਤਿਕਾਰ। ਛੇਵੇਂ ਪਾਤਸ਼ਾਹ ਬਾਬਾ ਜੀ ਦਾ ਸਤਿਕਾਰ ਕਰਦੇ ਆ, ਬਾਬਾ ਜੀ ਛੇਵੇਂ ਪਾਤਸ਼ਾਹ ਦਾ ਸਤਿਕਾਰ ਕਰਦੇ ਆ, ਕਿੰਨਾ ਪਿਆਰ। ਕਹਿੰਦੇ ਮਹਾਰਾਜ ਤੁਸੀਂ ਹੋ ਪਹਾੜ, ਮੈਂ ਆ ਨਿੱਕਾ ਜਿਹਾ ਰੇਤ ਦਾ ਕਣ। ਮਹਾਰਾਜ ਮੈਂ ਤੁਹਾਨੂੰ ਕੀ ਦੱਸਾਂਗਾ। ਕੋਲ ਖਲੋਤੇ ਹੋਰ ਗੁਰਸਿੱਖ ਬਾਬਾ ਜੀ ਨੂੰ ਬੇਨਤੀ ਕਰਦੇ, ਬਾਬਾ ਜੀ ਇਹ ਤੇ ਸਤਿਗੁਰੂ ਨੇ, ਅਸੀਂ ਤੇ ਸਿੱਖ ਆ ਨਾ, ਸਾਨੂੰ ਹੀ ਕੁਝ ਦੱਸ ਦਿਓ। ਤੇ ਬਾਬਾ ਜੀ ਨੇ ਫਿਰ ਬਚਨ ਸੁਣਾਏ। ਬਾਬਾ ਜੀ ਕਹਿਣ ਲੱਗੇ, ਸਿੱਖੋ ਜਪ ਕਰੋ, ਤਪ ਕਰੋ, ਸੇਵਾ ਕਰੋ, ਸਿਮਰਨ ਕਰੋ, ਸਭ ਕੁਝ ਕਰੋ, ਪਰ ਸਭ ਕੁਝ ਕਰਕੇ ਇਹ ਕਹਿ ਦਿਓ ਮੈਂ ਕੁਝ ਨਹੀਂ ਕੀਤਾ। ਬਾਬਾ ਜੀ ਆਪ ਵੀ ਕਰਦੇ ਰਹੇ ਹੈ ਸਾਰਾ ਕੁਝ, ਕੇਵਲ ਥਿਊਰੀ ਨਹੀਂ। ਵਾਹਿਗੁਰੂ ਬਾਹਰੋਂ ਨਹੀਂ ਆਖਿਆ। 113 ਸਾਲ ਤੇ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ 'ਚ ਰਹੇ ਨਾ ਜੀ ਬਾਬਾ ਜੀ, ਜਿਉਂ ਛੇਵੇਂ ਪਾਤਸ਼ਾਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ। ਉਂਝ 125 ਸਾਲ ਉਮਰ ਹੈ। ਤੇ ਕਹਿਣ ਲੱਗੇ ਵੀ ਸਭ ਕੁਝ ਕਰਕੇ ਹੱਥ ਜੋੜ ਕੇ ਕਹਿ ਦਿਓ ਮੈਂ ਕੁਝ ਨਹੀਂ ਕੀਤਾ। ਜਦੋਂ ਕਹੋਗੇ ਨਾ ਮੈਂ ਕੁਝ ਨਹੀਂ ਕੀਤਾ, ਫਿਰ ਮਹਾਰਾਜ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ। ਤੇ ਪ੍ਰਸੰਨਤਾ ਦੀ ਤੇ ਖੇਡ ਹੈ ਸਾਰੀ ਜੀ, ਪ੍ਰਸੰਨਤਾ ਲੈਣ ਵਾਸਤੇ ਕਾਰਜ ਕਰਨੇ ਆ। ਤੇ ਕਹਿਣ ਲੱਗੇ ਉਦੋਂ ਮਹਾਰਾਜ ਖੁਸ਼ ਹੋ ਜਾਣਗੇ। ਇੱਥੇ ਮਿਹਨਤ ਤੇ ਮਾਣ ਨਹੀਂ ਕਰਨਾ, ਇੱਥੇ ਮਿਹਰ ਉੱਤੇ ਮਾਣ ਕਰਨਾ, ਕਿਰਪਾ ਤੇ ਮਾਣ ਕਰਨਾ। ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਤੁਹਾਨੂੰ, ਜੇ ਬ੍ਰਹਮ ਗਿਆਨ ਦੇ ਲੱਛਣ ਸੁਣਾ ਦਈਏ, ਬੈਰਾਗ, ਫਿਰ ਵਿਵੇਕ, ਖੱਟ ਸਮਤੀ, ਸਮ, ਦਮ, ਸ਼ਰਧਾ, ਫਿਰ ਤਤੀਕਸ਼ਾ, ਉਪਰਾਮਤਾ, ਸਮਾਧਾਨ, ਮੋਕਸ਼ਿਸ਼ਾ, ਇਹ ਸਾਰਾ ਸੁਣਾ ਦਈਏ, ਯਾਦ ਵੀ ਹੋ ਜੇ, ਬੰਦਾ ਮਿਹਨਤ ਵੀ ਕਰੇ, ਉਹ ਠੀਕ ਹੈ, ਸਾਡਾ ਕਰਮ ਹੈ। ਪਰ ਸੰਗਤ 'ਚ ਬੈਠੇ ਆ ਜਿਹੜੇ ਤੇ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਦ੍ਰਿਸ਼ਟੀ ਕਰ ਦਿੱਤੀ, ਅੰਮ੍ਰਿਤ ਦ੍ਰਿਸ਼ਟੀ ਨਾਲ ਵੇਖ ਲਿਆ, ਉਹਦੇ ਵਿੱਚ ਸੰਤਾਂ ਵਾਲੇ ਗੁਣ ਸਾਰੇ ਉਸੇ ਵੇਲੇ ਹੀ ਆ ਜਾਣੇ। ਜਿਹਦੇ ਤੇ ਮਿਹਰ ਦੀ ਦ੍ਰਿਸ਼ਟੀ ਨਾਲ ਵੇਖ ਲਿਆ, ਜਿਹਦੇ ਤੇ ਪ੍ਰਸੰਨ ਹੋ ਗਏ ਮਹਾਰਾਜ। ਤੇ ਬਾਬਾ ਬੁੱਢਾ ਸਾਹਿਬ ਜੀ ਦੇ 4 ਪੁੱਤਰ, ਤੇ ਮੈਨੂੰ ਪਿੱਛੇ ਜਿਹੀ ਬਾਬਾ ਜੀ ਦੇ ਮਹਿਲ ਕਹਿ ਲਓ, ਸੁਪਤਨੀ ਕਹਿ ਲਓ, ਉਹਨਾਂ ਦਾ ਨਾਮ ਪਤਾ ਲੱਗਾ। ਬਾਬਾ ਜੀ ਦੇ ਘਰੋਂ ਉਹਨਾਂ ਦੇ ਮਹਿਲ ਸੁਪਤਨੀ, ਉਹਨਾਂ ਦਾ ਨਾਮ ਸੀਗਾ ਧੰਨ ਮਾਤਾ ਮੋਰੀਆ ਜੀ। ਤੇ ਸਾਧ ਸੰਗਤ ਜੀ 4 ਬਾਬਾ ਜੀ ਦੇ ਸਪੁੱਤਰ ਸਨ। ਉਹ ਵੀ ਅੱਗੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਨਾਲ ਸਾਂਝ ਰੱਖਦੇ ਆ। ਕਿਹੜੇ ਕਿਹੜੇ ਬਾਬਾ ਜੀ ਦੇ ਜੀਵਨ ਦੀ ਗੱਲ ਕਰੀਏ, ਬਾਬਾ ਜੀ ਦੇ ਬੜੇ ਹੀ ਗੁਣ ਨੇ। ਜਦੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਚੱਲਦੀ ਹੈ ਨਾ, ਉਹ ਵਿੱਚ ਬੜੇ ਹੀ ਬਚਨ ਆਉਂਦੇ ਆ ਬਾਬਾ ਬੁੱਢਾ ਸਾਹਿਬ ਜੀ ਦੇ, ਬੜੇ ਬਚਨ ਆਉਂਦੇ ਆ। ਕਈ ਵਾਰੀ ਤਾਂ ਬੜੀ ਖਾਸ ਜਗ੍ਹਾ 'ਤੇ ਨਾ ਐਨ ਢੁਕਵੀਂ ਜਿਹੜੀ ਗੱਲ ਹੁੰਦੀ ਆ, ਬਾਬਾ ਬੁੱਢਾ ਜੀ ਦੀ ਹੁੰਦੀ ਹੈ ਸਾਰੀ ਗੱਲ ਪ੍ਰਸੰਗਾਂ ਵਿੱਚ ਜੀ। ਐ ਬੜੀ ਖਾਸ ਜਗ੍ਹਾ 'ਚ ਜਿਹੜੀ ਮੇਨ ਗੱਲ ਹੁੰਦੀ ਹੈ ਨਾ, ਉਹ ਬਾਬਾ ਬੁੱਢਾ ਸਾਹਿਬ ਜੀ ਦੀ ਹੁੰਦੀ ਹੈ।
ਸੋ ਬਾਬਾ ਜੀ ਦੇ ਜਨਮ ਦਿਨ ਦੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ। ਅਰਦਾਸ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਅਸੀਂ ਆਪ ਜੀ ਦੀ ਪ੍ਰਸੰਨਤਾ ਲੈ ਸਕੀਏ। ਹੁਣ ਸਤਿਕਾਰਯੋਗ ਬਾਬਾ ਜੀ ਨੇ ਆਪ ਜੀ ਦੇ ਦਰਸ਼ਨ ਕਰਨੇ ਆ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਾਰੀ ਸੰਗਤ ਪਿਆਰ ਦੇ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।